शायद गुरु गोबिंद सिंह ने भी पंजाब की स्थानीय जनता में इतनी जान नहीं फूकी कि वह मुगलों के विरुद्ध एक अभियान चलाकर पंजाब के मुगल राज की नींव को हिला दे। इस किताब के कुछ अंश सानू मिले ने, उस दे विच जो एक कूड़ प्रचार किया जा रहा ਉਹਦਾ ਅੱਜ ਆਪਾਂ जवाब देना। 1526 सिख धर्म का आगमन ही 1469 तो गुरु नानक पातशाह के आगमन तो होंदा। उस तो पहला भी ये जिहड़ा हैगा 700-800 साल गुलाम रहे हैगे, उदों इन्हां दी अणख ते गैरत कित्थे सी? गुरु नानक साहब का विरोध जिहड़ा हिंदू तवियां ने गुरु नानक तो ही करना शुरू कर दिता। जेकर हिंदू रहिंदे होए भी असली धर्म की रखिया हो सकती तां गुरु जी हिंदू ते मुसलमानां तो वखरे तीसरे पंथ वाले सिख पंथ का निर्माण ना करदे। किसे बन्नियों भी बंदा सिंह बहादुर का नाम बंदा बरागी हो ही नहीं सकता। जे बरागी सी तो उन्हें फिर विआह करों कराया, उसका बच्चा है, सारा इतिहास साडे कोल पिया। अमृत छकण तो बाद किसी नूं ओहदी पहले गल दे नाल जोड़ना कोई तुक ही नहीं बनती। ਹੁਣ ਤੁਸੀਂ ਇਸ ਗੱਲ ਦਾ ਜਵਾਬ ਦਿਓ ਕਿ ਜਾਂ ਤਾਂ ਉਹ ਫਿਰ ਪਹਾੜੀ ਉਸ ਟਾਈਮ ਦੇ ਰਾਜੇ ਜਿਹੜੇ ਸਨ ਜਾਂ ਤੇ ਉਹ ਹਿੰਦੂ ਨਹੀਂ ਸਨ, ਤੇ ਜੇ ਗੁਰੂ ਸਾਹਿਬ ਹਿੰਦੂ ਰਾਸ਼ਟਰੀ ਲੜਦੇ ਸੀ ਤੇ ਫਿਰ ਉਹ ਹਿੰਦੂ ਤੇ ਚੜ ਕੇ ਕਿਉਂ ਆਊਗਾ? बंदा सिंह बहादुर विरुद्ध दिल्ली दे बादशाह फरखसीर दी वैशी मुहिम ते खर्चे दा जुम्मा लाहौर दे हिंदू खत्रियां ने उठिया सी कि साडा जिहड़ा इतिहास बदलिया जा रहा भाई, ਉਹਦੇ ਤੇ ਜਿਹੜੇ ਬੰਦੇ इदां बिना तत्थां तो जो मर्जी छपाउंदे आ उन्हां नूं अदालतां 'च घसीटिया जावे। वाहिगुरू जी का खालसा वाहिगुरू जी की फतेह। तुसी देख रहे हो अकाल चैनल स्काई 760 ਤੇ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਸਿੱਖੀ ਦੀ ਦਾਸਤਾਨ ਦੇ ਵਿੱਚ। ਸਿੱਖੀ ਦੀ ਦਾਸਤਾਨ ਪ੍ਰੋਗਰਾਮ ਦੇ ਵਿੱਚ ਜਿਵੇਂ ਕਿ ਆਪਾਂ ਗੱਲਬਾਤ ਕਰਦੇ ਹਾਂ ਸਿੱਖ ਇਤਿਹਾਸ ਦੀ, ਗੁਰ ਇਤਿਹਾਸ ਦੀ, ਤੇ ਉਸ ਦੇ ਨਾਲ ਸਿੱਖ ਸਿਧਾਂਤਾਂ ਦੀ ਗੱਲ ਕੀਤੀ ਜਾਂਦੀ ਹੈ, ਤੇ ਜਿੱਥੇ ਕਿਤੇ ਸਿਧਾਂਤਕ ਹਮਲਾ ਹੁੰਦਾ ਹੈ ਉਸ ਦਾ ਵੀ ਜਿਹੜਾ ਜਵਾਬ ਹੈ ਰੈਫਰੈਂਸਿਸ ਦੇ ਨਾਲ ਦਿੱਤਾ ਜਾਂਦਾ ਹੈ। ਅੱਜ ਦਾ ਜੋ ਇਹ ਖਾਸ ਪ੍ਰੋਗਰਾਮ ਹੈ ਉਹ ਆਪਾਂ ਰੱਖਿਆ ਹੈ ਬਾਬਾ ਬੰਦਾ ਸਿੰਘ ਬਹਾਦਰ ਬਾਰੇ, ਕਿ ਕਿਸ ਤਰੀਕੇ ਦੇ ਨਾਲ ਪੁਰਾਣੇ ਪਿਛਲੇ ਕੁਝ ਸਮਿਆਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਦਾ ਜਿਹੜਾ ਇਤਿਹਾਸ ਹੈ ਉਸ ਨੂੰ ਸਿੱਖ ਵਿਰੋਧੀਆਂ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ, ਵਿਗਾੜਿਆ ਜਾ ਰਿਹਾ ਹੈ, ਔਰ ਕਿਤੇ ਨਾ ਕਿਤੇ ਜਿਹੜੀ ਹੈ ਸਿੱਖ ਕੌਮ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਦਰਸ਼ਕਾਂ ਨੂੰ ਇਹ ਵੀ ਦੱਸਦੇ ਚਲੀਏ ਕਿ ਕਿਸੇ ਕੌਮ ਨੂੰ ਜੇ ਖਤਮ ਕਰਨਾ ਹੋਵੇ ਤੇ ਉਸ ਦਾ ਇੱਕ ਸੌਖਾ ਜਿਹਾ ਤਰੀਕਾ ਇਹ ਹੁੰਦਾ ਕਿ ਕੌਮ ਦੇ ਇਤਿਹਾਸ ਨੂੰ ਪਹਿਲਾਂ ਖਤਮ ਕਰ ਦਈਏ। ਜਦੋਂ ਕੌਮ ਦਾ ਇਤਿਹਾਸ ਖਤਮ ਹੋ ਜਾਂਦਾ ਹੈ ਫਿਰ ਉਸ ਤੋਂ ਬਾਅਦ ਉਹ ਨਵਾਂ ਇਤਿਹਾਸ ਜਿਹੜਾ ਹੈ ਉਹ ਮੁੜ ਰੀਰਾਈਟ ਕਰਵਾਇਆ ਜਾਂਦਾ ਹੈ, ਤੇ ਹੌਲੀ ਹੌਲੀ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਹੁੰਦੀਆਂ ਨੇ ਉਹ ਫਿਰ ਉਹ ਨਵੇਂ ਇਤਿਹਾਸ ਨੂੰ ਮੰਨਣ ਲੱਗ ਪੈਂਦੀਆਂ ਨੇ, ਔਰ ਉਹ ਨਵੇਂ ਇਤਿਹਾਸ ਦੇ ਵਿੱਚ ਕੁਛ ਵਿਲੱਖਣਤਾ ਨਹੀਂ ਹੁੰਦੀ, ਜੋ ਸਿਰਜਿਆ ਹੁੰਦਾ ਕੌਮ ਨੇ ਉਹ ਨਹੀਂ ਹੁੰਦਾ। ਤੇ ਅੱਜ ਕੱਲ੍ਹ ਜੋ ਕਿ ਸਮੇਂ ਦੇ ਵਿੱਚ ਜੋ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ ਕੀਤੀ ਜਾ ਰਹੀ ਹੈ ਉਸ ਦੇ ਵਿੱਚ ਸਿੱਖ ਕੌਮ ਦੇ ਨਾਲ ਕੁਛ ਅਜਿਹਾ ਹੀ ਵਾਪਰ ਰਿਹਾ ਹੈ। ਤੇ ਅੱਜ ਆਪਾਂ ਗੱਲਬਾਤ ਕਰਦੇ ਹਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਜਿਹੜਾ ਇਤਿਹਾਸ ਹੈ ਉਹ ਕਿਸ ਤਰੀਕੇ ਦੇ ਨਾਲ ਵਿਗਾੜਿਆ ਜਾ ਰਿਹਾ ਹੈ। ਤੇ ਤੁਹਾਨੂੰ ਦੱਸਦੇ ਚੱਲੀਏ ਕਿ ਸਕਰੀਨ ਤੇ ਤੁਸੀਂ ਇਸ ਟਾਈਮ ਜਿਹੜੀ ਫੋਟੋ ਹੈ ਉਹ ਦੇਖ ਰਹੇ ਹੋ, ਤੇ ਉਸ ਦੇ ਉੱਤੇ ਜਿਹੜਾ ਟਾਈਟਲ ਦਿੱਤਾ ਗਿਆ ਹੈ ਵੀਰ ਬੰਦਾ ਬੈਰਾਗੀ, ਔਰ ਜੋ ਇਸ ਬੁੱਕ ਦਾ ਲੇਖਕ ਹੈ ਨਵੀਨ ਜੈਨ, ਔਰ ਪਬਲਿਸ਼ਰ ਦਾ ਨਾਮ ਜੋ ਇੱਥੇ ਦੱਸਿਆ ਗਿਆ ਹੈ ਹਿੰਦੀ ਸਾਹਿਤਿਆ ਸਾਧਨ। ਔਰ ਇਸ ਬੁੱਕ ਦੇ ਵਿੱਚ ਤੁਹਾਨੂੰ ਅਸੀਂ ਜਿਹੜੀ ਇਹਨਾਂ ਨੇ ਤਸਵੀਰ ਛਾਪੀ ਹੈ ਉਹ ਵੀ ਦਿਖਾ ਰਹੇ ਹਾਂ, ਤੇ ਦੂਸਰੇ ਬੰਨੇ ਜੋ ਅਸਲ ਤਸਵੀਰ ਹੈ ਉਹ ਵੀ ਦਿਖਾ ਰਹੇ ਹਾਂ। ਜੋ ਸਾਡਾ ਅੱਜ ਦਾ ਪ੍ਰੋਗਰਾਮ ਹੈ ਉਹ ਇਸ ਪਬਲਿਸ਼ਰ ਨੂੰ, ਇਸ ਨਵੀਨ ਜੈਨ ਜੋ ਇਸ ਦਾ ਲੇਖਕ ਹੈ ਉਸ ਨੂੰ ਜਵਾਬ ਹੋਵੇਗਾ, ਔਰ ਉਸ ਨੂੰ ਇਹ ਚੈਲੰਜ ਹੋਵੇਗਾ ਕਿ ਤੁਸੀਂ ਸਾਡੇ ਨਾਲ ਸਾਡੇ ਪਲੇਟਫਾਰਮ 'ਤੇ ਆ ਕੇ ਤੁਸੀਂ ਜਿੱਥੇ ਕਹੋ ਤੁਸੀਂ ਸਾਡੇ ਨਾਲ ਆ ਕੇ ਗੱਲਬਾਤ ਕਰੋ। ਤੇ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸ਼ੁਰੂਆਤ ਕਿੱਥੋਂ ਹੁੰਦੀ ਹੈ। खैरा साहब ये लिखते हैं पब्लिशर जो हैगा जो नवीन जैन है लिखता है कि यहाँ तक कि जब तक 1526 में बाबर केवल 12,000 सेना के साथ भारत में आया तो उसे किसी ने नहीं रोका। असी तुहानूं मेन पंक्तियां दस्सियां ने जिस दे विच किस तरीके दे नाल जिहड़ा सिखां दे उत्ते हमला है वो किया गया है, लेकिन यहाँ के लोग तो निर्जीव हो चुके थे। शायद गुरु गोबिंद सिंह ने भी पंजाब की स्थानीय जनता में इतनी जान नहीं फूकी कि वह मुगलों के विरुद्ध एक अभियान चला
चलाकर पंजाब के मुगल राज की नींव को हिला दे। परंतु यूं ही गुरु जी का भेजा हुआ एक बैरागी जब योद्धा बन चुका था, पंजाब में आया, त्यों ही एक नई स्फुर्ति यहाँ के लोगों में आ गई। तो आप देख सकते हैं कि किस तरीके दे नाल बाबा बंदा सिंह बहादुर नूं बाद दे विच भी ईवन कि अमृत छकण तो बाद चों भी जदों बाबा बंदा सिंह बन चुके ने, उन्होंने सिर्फ एक बैरागी घोषित किया गया। तो किते ना किते जिहड़ा हैगा कि इल्जाम जिहड़ा हैगा गुरु महाराज ते भी लाया गया कि वो पंजाब दे लोकां दे विच वो अणखो गैरत तो पैदा नहीं कर सके। तो असीं नवीन जैन जी तुहानूं ये दसना चाहुंदे हां कि वो अणखो गैरत गुरु नानक साहब ने ही पैदा कर दित्ती सी, जदों गुरु साहब ने कहा सी जे जीवे पत लथी जाए सब हराम जेता किछ खाए। तो इस तो बाद जो लिखा होया उपरोक्त पंक्तियों से यह सिद्ध हुआ कि गुरु गोबिंद सिंह ने आत्म बल का जो संचार किया, उसी को आगे बढ़ाकर वीर बंदा ने उत्तर भारत में हिंदू राज्य की स्थापित करके सिक्का आदि चलाकर यह सिद्ध किया कि तुर्क पठानी शासन समाप्त हो चुका है। तो हुण आपां गल करते हैं भी जे हिंदू राज्य स्थापित किया तो फिर तुसीं सानूं ये भी दस्सण दी किरपालता करो कि जिहड़े सिक्के ने वो गुरु नानक पातशाह दे नां ते क्यों चलाए गए, क्यों गुरु गोबिंद सिंह महाराज दे पातशाह दे नां दे सिक्के चलाए गए अगर वो हिंदू राज सी। तो इसे ही सवाल तो जिहड़ी अज आपां शुरुआत करनी है, साडे नाल स्टूडियो च ने जथेदार महेंद्र सिंह जी खैरा। खैरा साहब तुसीं सारी वार्ता जिहड़ी है सुन लई होनी है, तो की कहोगे तुसीं इस दे बारे? फिर अगे अगे आपां होर जो इस किताब दे विच इस किताब दे कुछ अंश सानूं मिले ने, उस दे विच जो एक कूड़ प्रचार किया जा रहा ਉਹਦਾ ਅੱਜ ਆਪਾਂ ਜਵਾਬ ਦੇਣਾ। ਕੀ ਕਹੋਗੇ ਤੁਸੀਂ? ਸਭ ਤੋਂ ਪਹਿਲਾਂ ਜੀ ਕਾਰ ਚੈਨਲ ਦੇ ਸਮੂਹ ਦਰਸ਼ਕਾਂ ਨੂੰ ਆਦਬ ਸਹਿਤ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਜਗਜੀਤ ਸਿੰਘ ਜੀ, ਸਬਜੈਕਟ ਲੰਮਾ ਪਰ ਆਪਾਂ ਇੱਥੋਂ ਸ਼ੁਰੂ ਕਰ ਲੈਂਦੇ ਹਾਂ। ਹੁਣ ਉਹ ਲਿਖਣ ਵਾਲਾ ਲਿਖਦਾ ਕਿ 1526 ਚ ਬਾਬਰ ਆਇਆ ਤੇ ਗੁਰੂ ਗੋਬਿੰਦ ਸਿੰਘ ਜਿਹੜੇ ਆ ਉਹ ਕੁਝ ਪੰਜਾਬ ਦੀ ਧਰਤੀ ਲਈ ਨਹੀਂ ਕਰ ਸਕੇ। ਪਹਿਲੀ ਗੱਲ ਇਤਿਹਾਸਕ ਪੱਖੋਂ ਇਹ ਬਿਲਕੁਲ ਹੀ ਨਿਰਮੂਲ ਤੱਥ ਆ। ਉਹ ਕਿਉਂ ਜੀ 1526 ਚ ਜਦੋਂ ਬਾਬਰ ਆਉਂਦਾ ਉਦੋਂ ਗੁਰੂ ਨਾਨਕ ਸਾਹਿਬ ਨੇ ਸਿੱਖ ਧਰਮ ਦੇ ਬਾਨੀ ਵੀ ਆ ਤੇ ਹਿੰਦੂ ਮੁਸਲਿਮ ਤੋਂ ਵੱਖਰੇ ਪੰਥ ਦੇ ਸੰਸਥਾਪਕ ਵੀ ਆ। ਗੁਰੂ ਨਾਨਕ ਪਾਤਸ਼ਾਹ ਜਦੋਂ ਬਾਬਰ ਆਉਂਦਾ, ਇਸੇ ਕਰਕੇ ਇਤਿਹਾਸ ਬਣਦਾ ਬਾਬੇ ਕੇ ਤੇ ਬਾਬਰ ਕੇ। ਜੀ ਇੱਕ ਬੰਨੇ ਬਾਬੇ ਕੇ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ ਤੇ ਦੂਏ ਬੰਨੇ ਬਾਬਰ ਤੋਂ ਲੈ ਕੇ ਔਰੰਗਜ਼ੇਬ ਤੱਕ ਬਾਬਰ ਕੇ। ਜੀ ਇਹ ਇਤਿਹਾਸ ਪੂਰਾ ਤੇ ਇਹ ਬੰਦਾ ਸਾਰੀ ਗੱਲ ਖਾ ਕੇ ਸਿੱਧਾ 1526 ਤੋਂ ਗੁਰੂ ਗੋਬਿੰਦ ਸਿੰਘ ਨਾਲ ਜੋੜ ਰਿਹਾ। ਜੀ ਗੱਲ ਤੁਹਾਡੀ ਸਮਝ ਆਈ ਨਾ? ਜੀ ਜੀ ਜੀ। ਔਰ ਖਹਿਰਾ ਸਾਹਿਬ ਇੱਥੇ ਇੱਕ ਹੋਰ ਗੱਲ ਆਉਂਦੀ ਆ ਵੀ 1526 ਸਿੱਖ ਧਰਮ ਦਾ ਆਗਮਨ ਹੀ 1469 ਤੋਂ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਤੋਂ ਹੁੰਦਾ। ਉਸ ਤੋਂ ਪਹਿਲਾਂ ਵੀ ਇਹ ਜਿਹੜਾ ਹੈਗਾ 700-800 ਸਾਲ ਗੁਲਾਮ ਰਹੇ ਹੈਗੇ ਆ, ਉਦੋਂ ਇਹਨਾਂ ਦੀ ਅਣਖ ਤੇ ਗੈਰਤ ਕਿੱਥੇ ਸੀ? ਦੇਖੋ ਜਗਜੀਤ ਸਿੰਘ ਜੀ, ਜੇ ਇਸ ਬੰਨੇ ਨੂੰ ਤੁਰੇ ਪਰ ਫੇਰ ਵੀ ਆਪਾਂ ਥੋੜਾ ਜਿਹਾ ਨੋਟ ਕਰ ਲੈਂਦੇ ਆ। ਜੀ ਜੀ ਜੀ। ਇਹ 712 ਤੋਂ ਹਮਲੇ ਜਿਹੜੇ ਇਹਨਾਂ ਤੇ ਹੋਣੇ ਸ਼ੁਰੂ ਹੋਏ ਆ। ਜੀ। ਔਰ ਉਸ ਵੇਲੇ ਚਲੋ ਤੁਸੀਂ ਇਹ ਗੱਲ ਸ਼ੁਰੂ ਕਰ ਲਈ ਹੈ ਤੇ ਆਪਾਂ ਕਰ ਲੈਂਦੇ ਹਾਂ। ਜੀ। ਗੁਰੂ ਨਾਨਕ ਸਾਹਿਬ ਦੇ ਆਗਮਨ ਤੱਕ ਜੀ ਇਹ ਉਲਟਾ ਉਹਨਾਂ ਦੀ ਗੁਲਾਮੀ ਨੂੰ ਇਸ ਹੱਦ ਤੱਕ ਮੰਨ ਗਏ ਸੀ ਵੀ ਇਹ ਮੁਸਲਮਾਨ ਸ਼ਾਸਕਾਂ ਨੂੰ ਕਹਿੰਦੇ ਸੀ ਇਹ ਸਾਡੇ ਪੈਗੰਬਰਾਂ ਦਾ ਅਵਤਾਰ ਆ। ਜੀ। ਕਿਸੇ ਦੀ ਜ਼ਰੂਰਤ ਨਹੀਂ ਪਈ ਉਹਨਾਂ ਦੇ ਖਿਲਾਫ ਗੱਲ ਕਰਨ ਦੀ। ਜੀ। 1469 'ਚ ਜਦੋਂ ਗੁਰੂ ਨਾਨਕ ਸਾਹਿਬ ਦਾ ਆਗਮਨ ਹੋਇਆ, ਜੀ, ਉਹਨਾਂ ਨੇ ਆ ਕੇ ਜਿੱਥੇ ਇੱਕ ਦੋਨਾਂ ਤੋਂ ਵੱਖਰਾ ਤੀਸਰਾ ਪੰਥ ਜਿਹੜਾ ਜਾਤ ਪਾਤ ਰਹਿਤ ਸਮਾਜ, ਇੱਥੇ ਫਿਰ ਨੋਟ ਕਰਾਂ ਕਿ ਮੰਨੂ ਸਿਮਰਤੀ ਨੂੰ ਰੱਦ ਕਰਕੇ ਵੀ ਭਾਈ ਇਹਨੇ ਤੁਹਾਨੂੰ ਗੁਲਾਮ ਕੀਤਾ। ਜਾਤ ਪਾਤ ਰਹਿਤ ਸਮਾਜ ਇਨਕਲਾਬੀ ਸਿੱਖ ਧਰਮ ਦੀ ਸਥਾਪਨਾ ਕੀਤੀ। ਜੀ। ਜਿਹਦੇ 'ਚ ਪਹਿਲੀ ਆਵਾਜ਼ ਗੁਰੂ ਨਾਨਕ ਸਾਹਿਬ ਨੇ ਉਠਾਈ ਜੀ ਕਿ ਜੇ ਜੀਵੇ ਪਤ ਲੱਥੀ ਜਾਏ, ਆਪਾਂ ਸਾਰਿਆਂ ਨੇ ਸੁਣਿਆ। ਜੀ। ਸਿੱਖ ਧਰਮ 'ਚ ਆਉਣ ਦੀ ਗੱਲ ਜਿੱਥੋਂ ਬਾਬੇ ਕੇ ਤੇ ਬਾਬਰ ਕੇ ਦਾ ਇਤਿਹਾਸ ਤੁਰਦਾ, ਪਹਿਲੀ ਸ਼ਰਤ ਰੱਖਤੀ ਜੋ ਤੋਂ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤੜੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੇ ਸਿਰ ਦੀਜੇ ਕਾਂਡ ਨਾ ਕੀਜੇ। ਗੱਲ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਕਿਸੇ ਨੇ 712 ਤੋਂ ਲੈ ਕੇ 1469 ਤੱਕ ਨਹੀਂ ਕਹੀ। ਜੀ। ਇੱਥੇ ਤੱਕ ਵੀ ਗੁਰੂ ਸਾਹਿਬ ਨੇ ਫਿਰ ਇਹਨਾਂ ਨੂੰ ਸਾਰਿਆਂ ਨੂੰ ਕਿਹਾ ਵੀ ਭਾਈ ਖੱਤਰੀਆਂ ਤਾਂ ਧਰਮ ਛੋਟਿਆ, ਮਲੇਸ਼ ਭਾਖਿਆ ਗਈ। ਜੀ। ਤੁਸੀਂ ਸਾਰੇ ਆਪਣਾ ਧਰਮ ਜਿਹੜੇ ਉਹ ਛੱਡ ਚੁੱਕੇ ਆ। ਗੁਰੂ ਨਾਨਕ ਸਾਹਿਬ ਨੇ ਫਿਰ ਜਿਹੜੀ ਬਹੁਤ, ਕਿਉਂਕਿ ਇਤਿਹਾਸ ਆਪਾਂ ਜੇ ਲੰਮਾ ਕੀਤਾ। ਜੀ ਜੀ ਜੀ। ਤੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਲਹਿਰ ਸੀਗੀ ਉਹਨੂੰ ਥੋੜ੍ਹੇ ਲਫ਼ਜ਼ਾਂ 'ਚ ਇਹ ਸਿੱਖ ਸ਼੍ਰੋਮਣੀ ਇਤਿਹਾਸ ਡਾਕਟਰ ਸੁਖਦਿਆਲ ਸਿੰਘ ਹੋਣੀ ਉਹਨਾਂ ਨੇ ਚੰਦ ਲਫ਼ਜ਼ਾਂ 'ਚ, ਕਿਉਂਕਿ ਜੇ ਆਪਾਂ ਸਾਰਾ ਇਤਿਹਾਸ ਸੁਣਾਉਣ ਲੱਗੇ ਫਿਰ ਟਾਈਮ ਬਹੁਤ ਲੱਗਦਾ। ਬਿਲਕੁਲ।
ਉਹਨਾਂ ਨੇ ਗੁਰੂ ਨਾਨਕ ਦੇਵ ਦਾ ਉਹ ਸਮਾਂ ਜਦੋਂ ਇਹ 1526 ਦੀ ਗੱਲ ਕਰ ਰਿਹਾ ਜੀ 1469 ਤੋਂ ਲੈ ਕੇ 1768 ਦਾ 1708 ਦਾ ਗੁਰ ਇਤਿਹਾਸ ਆਪਣੇ ਆਪ ਵਿੱਚ ਹੀ ਇੱਕ ਇਨਕਲਾਬੀ ਦੌਰ ਸੀ। ਇਸ ਦੌਰ ਨੇ ਪੰਜਾਬ ਦੇ ਇਤਿਹਾਸ ਨੂੰ ਖਾਸ ਕਰਕੇ ਜੀ ਭਾਰਤ ਦੇ ਇਤਿਹਾਸ ਨੂੰ ਆਮ ਕਰਕੇ ਇੱਕ ਨਵਾਂ ਮੋੜ ਦਿੱਤਾ। ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਨੇ ਮਨੁੱਖ ਦੀ ਸੋਚ ਨੂੰ ਹੀ ਬਦਲ ਸਿੱਟਿਆ। ਇਸ ਮਾਨਵਵਾਦੀ ਅਧਿਕਾਰਾਂ ਬਾਰੇ ਨਵੀਂ ਚੇਤਨਤਾ ਪੈਦਾ ਹੋਈ। ਇਸ ਚੇਤਨਤਾ ਵਿੱਚੋਂ ਨਵਾਂ ਵਿਅਕਤੀ, ਨਵਾਂ ਸਮਾਜ, ਨਵਾਂ ਫਲਸਫਾ, ਨਵੇਂ ਸਿਧਾਂਤ ਪੈਦਾ ਹੋਏ। ਇਹਨੂੰ ਭਾਵੇਂ ਸਿੱਖ ਲਹਿਰ ਦਾ ਨਾਂ ਦਿੱਤਾ ਜਾਵੇ ਤੇ ਭਾਵੇਂ ਸਿੱਖ ਇਨਕਲਾਬ ਦਾ, ਦੋਨੇ ਗੱਲਾਂ ਠੀਕ ਆ ਜੀ। 1526 ਤੱਕ ਸਿੱਖ ਇਨਕਲਾਬ ਜਿਹੜਾ ਗੁਰੂ ਨਾਨਕ ਪਾਤਸ਼ਾਹ ਵੱਲੋਂ ਲਿਆਂਦਾ, ਉਹਦੀ ਜਿਹੜੀ ਆਗਾਜ਼ ਜਿਹੜਾ ਉਹਦਾ ਹੋ ਚੁੱਕਾ ਜੀ। ਹੁਣ ਆਪਾਂ ਇੱਥੇ ਲੈਂਦੇ ਹਾਂ ਕਿ ਉਸ ਵੇਲੇ ਵੀ ਜੇ ਕਿਤੇ ਆਵਾਜ਼ ਚੁੱਕੀ ਤਾਂ ਉਹ ਗੁਰੂ ਨਾਨਕ ਦੇ ਸਾਜੇ ਨਵਾਜੇ ਨਾਨਕ ਪੰਥ ਨੇ ਚੁੱਕੀ ਜੀ। ਔਰ ਉਦੋਂ ਤੋਂ ਲੈ ਕੇ ਸਾਰਾ ਜਿਹੜਾ ਜਿਹਨੂੰ ਇਹ ਮਨੂਵਾਦ ਕੇ ਕਹਿ ਲਓ, ਬ੍ਰਾਹਮਣਵਾਦ ਦਾ ਨਵਾਂ ਨਾਂ ਜਿਹੜਾ ਉਹ ਹਿੰਦੂਵਾਦ ਹੈ, ਹਿੰਦੂਵਾਦ ਤੋਂ ਹਿੰਦੂ ਤਵੀ ਹੈ ਜੀ। ਗੁਰੂ ਨਾਨਕ ਸਾਹਿਬ ਦਾ ਵਿਰੋਧ ਜਿਹੜਾ ਹਿੰਦੂ ਤਵੀਆਂ ਨੇ ਗੁਰੂ ਨਾਨਕ ਤੋਂ ਹੀ ਕਰਨਾ ਸ਼ੁਰੂ ਕਰ ਦਿੱਤਾ। ਮੈਂ ਥੋੜਾ ਜਿਹਾ ਗੱਲ ਉੱਥੇ ਲਿਆਉਣਾ ਜੀ ਕਿ ਹਿੰਦੂ ਤੇ ਸਿੱਖ ਦਾ ਜਿਹੜਾ ਧਰਮ ਇਹ ਗੁਰੂ ਨਾਨਕ ਤੋਂ ਬਿਲਕੁਲ ਵੱਖਰਾ ਹੋ ਗਿਆ ਜੀ। ਔਰ ਇਹ ਮੈਂ ਨਹੀਂ ਕਹਿ ਰਿਹਾ, ਇਹਨਾਂ ਦਾ ਡੰਡੀ ਰਾਮ ਸੰਨਿਆਸੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਪੜ੍ਹ ਕੇ ਸੰਨਿਆਸੀ ਤੋਂ ਸਿੱਖ ਹੋਇਆ ਔਰ ਉਹਦੀ ਲਿਖਤੀ ਆ, ਕਿਤਾਬਾਂ ਛਪੇ, ਉਹਨੇ ਦੋ ਗੱਲਾਂ ਕਹੀਆਂ। ਕਿਉਂਕਿ ਮੈਂ ਉੱਥੇ ਲਿਆਉਣ ਲੱਗਾ ਕਿ ਸਿੱਖ ਧਰਮ ਤੇ ਹਿੰਦੂ ਧਰਮ ਦਾ ਨਖੇੜਾ ਗੁਰੂ ਨਾਨਕ ਤੋਂ ਹੋ ਗਿਆ ਜੀ ਬਿਲਕੁਲ। ਤੇ ਇਨਕਲਾਬ ਲਿਆਉਣ ਵਾਲਾ ਜਿਹੜਾ ਉਹ ਗੁਰੂ ਨਾਨਕ ਹੀ ਪੰਥ ਤੇ ਖਾਲਸਾ ਪੰਥ ਜਿਹੜਾ ਉਹ ਆ, ਨਾ ਕਿ ਹਿੰਦੂ ਸਮਾਜ। ਔਰ ਉਹ ਕੀ ਲਿਖਦਾ ਜੀ, ਉਹ ਕਹਿੰਦਾ ਜੇਕਰ ਗੁਰੂ ਘਰ ਹਿੰਦੂ ਧਰਮ ਅਰਥਾਤ ਬ੍ਰਾਹਮਣ ਗ੍ਰੰਥਾਂ ਦੇ ਧਰਮ ਨੂੰ ਅਸਲੀ ਧਰਮ ਮੰਨਦਾ ਹੁੰਦਾ ਤਾਂ ਗੁਰੂ ਸਾਹਿਬਾਨ ਇਸ ਦਾ ਤਿਆਗ ਨਾ ਕਰਦੇ। ਜੇਕਰ ਹਿੰਦੂ ਰਹਿੰਦੇ ਹੋਏ ਵੀ ਅਸਲੀ ਧਰਮ ਦੀ ਰੱਖਿਆ ਹੋ ਸਕਦੀ ਤਾਂ ਗੁਰੂ ਜੀ ਹਿੰਦੂ ਤੇ ਮੁਸਲਮਾਨਾਂ ਤੋਂ ਵੱਖਰੇ ਤੀਸਰੇ ਪੰਥ ਵਾਲੇ ਸਿੱਖ ਪੰਥ ਦਾ ਨਿਰਮਾਣ ਨਾ ਕਰਦੇ। ਇਸ ਲਈ ਹਿੰਦੂ ਧਰਮ ਨਾਮ ਤੋਂ ਵੱਖਰੇ ਧਰਮ ਵਾਲੇ ਸਿੱਖਾਂ ਨੂੰ ਹਿੰਦੂ ਮੰਨਣਾ ਮੂਰਖਤਾ ਹੈ। ਪਹਿਲੀ ਗੱਲ ਤੇ ਹੋ ਗਈ ਜੀ। ਹੁਣ ਬੰਦਾ ਸਿੰਘ ਬਹਾਦਰ ਤੇ ਆਪਾਂ ਬਾਅਦ ਚੱਲਦੇ ਹਾਂ, ਪਰ ਇਹਨੂੰ ਥੋੜਾ ਜਿਹਾ ਮੈਂ ਬੇਨਤੀ ਕਰਨ ਲੱਗਾ ਕਿ ਉੱਥੇ ਸਾਨੂੰ ਲਿਆਉਣਾ ਪਊ ਜੀ ਕਿ ਇਹ ਹੁਣ ਚਾਹੁੰਦੇ ਜਾਂ ਇਹ ਕਰ ਕੀ ਰਹੇ ਆ ਕਿ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ, ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਜਿਹਨੂੰ ਅਸੀਂ ਇੱਕ ਮੰਨਦੇ ਹਾਂ, ਮੰਨਦੇ ਆ ਨਾ ਜੀ ਜੀ ਬਿਲਕੁਲ, ਕਿ ਗੁਰੂ ਨਾਨਕ ਹੀ ਗੁਰੂ ਗੋਬਿੰਦ ਸਿੰਘ ਆ ਤੇ ਉਹਨਾਂ ਦੀ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ 'ਚ ਆ। ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਸ਼ਬਦੀ ਸਰੂਪ ਆ ਉਹ ਗੁਰੂ ਗ੍ਰੰਥ ਸਾਹਿਬ 'ਚ ਮੌਜੂਦ ਹੈ, ਪ੍ਰਕਾਸ਼ਮਾਨ ਆ ਜੀ। ਹੁਣ ਇਹ ਇੱਕ ਤਾਂ ਇਹਨਾਂ ਦਾ ਜਿਹੜਾ ਇਤਿਹਾਸ ਨਹੀਂ ਇਕੱਲਾ ਵਿਗਾੜ ਰਿਹਾ, ਇਸ ਲੜੀ ਨੂੰ ਤੋੜਨਾ ਚਾਹੁੰਦੇ ਆ ਕਿ ਗੁਰੂ ਨਾਨਕ ਦੇ ਸਮੇਂ ਨੂੰ ਗੁਰੂ ਗੋਬਿੰਦ ਸਿੰਘ ਦੇ ਨਾਲ ਰਲਾਤਾ। ਗੱਲ ਤੁਹਾਡੀ ਸਮਝ ਆਈ। ਹੁਣ ਆਪਾਂ ਇੱਥੇ ਚੱਲਦੇ ਹਾਂ ਕਿ ਗੁਰੂ ਨਾਨਕ ਸਾਹਿਬ ਦੇ ਸਿੱਖ ਧਰਮ ਦਾ ਵਿਰੋਧ ਗੁਰੂ ਨਾਨਕ ਤੋਂ ਸ਼ੁਰੂ ਹੋ ਗਿਆ। ਉਦੋਂ ਬਾਅਦ ਇਹ ਵਿਰੋਧ ਪੂਰੇ ਤਰ੍ਹਾਂ ਜਿਹੜਾ ਆਇਆ ਜਦੋਂ ਗੁਰੂ ਅਰਜਨ ਪਾਤਸ਼ਾਹ ਨੇ ਪੋਥੀ ਪਰਮੇਸ਼ਰ ਕਾ ਥਾਨ ਅਰਥਾਤ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹਰਿਮੰਦਰ ਸਾਹਿਬ 'ਚ ਕਰ ਦਿੱਤਾ ਜੀ। ਉੱਥੋਂ ਸਭ ਤੋਂ ਪਹਿਲਾ ਵਿਰੋਧ ਜਿਹੜਾ ਉਹ ਬ੍ਰਾਹਮਣਾਂ ਨੇ ਕਹਿ ਲਓ, ਹਿੰਦੂ ਤਵੀਆਂ ਨੇ ਕਹਿ ਲਓ, ਉਹਨਾਂ ਨੇ ਕੀਤਾ, ਜਿਹਦੇ 'ਚ ਆਪਾਂ ਸਾਰਾ ਇਤਿਹਾਸ ਰਿਕਾਰਡ ਕਰਾਇਆ ਰਹੇ ਹਾਂ ਕਿ ਚੰਦੂ ਦਾ ਮੇਨ ਜਿਹੜਾ ਹੱਥ ਹੈ। ਚੰਦੂ ਨੇ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ 'ਤੇ ਗੱਲ ਬਸ ਨਹੀਂ ਕੀਤੀ ਜਾਂ ਤਸੀਹੇ ਦੇਣ 'ਤੇ ਗੱਲ ਬਸ ਨਹੀਂ ਕੀਤੀ। ਉਹ ਪਹਿਲਾ ਬੰਦਾ ਜਿੰਨੇ ਇਹ ਬ੍ਰਾਹਮਣ ਸੀ ਇਕੱਠੇ ਹੋ ਕੇ, ਜਿਹੜੇ ਹੁਣ ਕਹਿੰਦੇ ਹਿੰਦੂ ਰਾਜ ਆ ਜਾਂ ਹਿੰਦੂ ਹੋ ਰਿਹਾ, ਇਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਜਦੋਂ ਛੇਵੇਂ ਪਾਤਸ਼ਾਹ ਨੇ ਅਕਾਲ ਤਖ਼ਤ ਦੀ ਸਾਜਨਾ ਕੀਤੀ ਜੀ, ਜਦੋਂ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਭਾਈ ਅਸੀਂ ਮੁਗਲਿਆ ਹਕੂਮਤ ਦੇ ਨਾਲ ਵੀ ਟੱਕਰ ਲਵਾਂਗੇ ਜੀ ਔਰ ਅਸੀਂ ਇੱਥੇ ਦੀ ਜਨਤਾ ਨੂੰ ਆਜ਼ਾਦ ਕਰਾਵਾਂਗੇ। ਜਦੋਂ ਅਕਾਲ ਤਖ਼ਤ ਦੀ ਸਾਜਨਾ ਹੋਈ, ਹਥਿਆਰਬੰਦ ਸੰਘਰਸ਼ ਸ਼ੁਰੂ ਹੋਇਆ,
ਉਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਸ਼ਿਕਾਇਤ ਕਰਨ ਵਾਲਾ ਵੀ ਚੰਦੂ ਤੇ ਬੀਰਬਲ ਬ੍ਰਾਹਮਣ ਉਹਦੇ ਸਾਥੀ ਹੈ ਜੀ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲੇ 'ਚ ਦਰੋਗੇ ਦੇ ਰਾਹੀਂ ਜ਼ਹਿਰ ਵਾਲਾ ਚੂਲਾ ਭੇਲ ਕੇ ਮਰਵਾਉਣ ਦੀ ਕੋਸ਼ਿਸ਼ ਕਰਨ ਵਾਲਾ ਵੀ ਚੰਦੂ ਹੈ ਜੀ, ਹਿੰਦੂ ਹੈ। ਹੁਣ ਇਹ ਸਾਰਾ ਗੁਰੂ ਹਰਗੋਬਿੰਦ ਪਾਤਸ਼ਾਹ ਤੋਂ ਗਾਂਹ ਗੱਲ ਚੱਲਦੀ ਹੈ, ਲੇਕਿਨ ਆਪਾਂ ਇਹਨੂੰ ਨੇੜੇ ਲਿਆਉਣਾ। ਗੁਰੂ ਹਰਗੋਬਿੰਦ ਪਾਤਸ਼ਾਹ 4 ਲੜਾਈਆਂ ਮੁਗਲ ਹਕੂਮਤ ਨਾਲ ਵੀ ਲੜਦੇ ਤਾਂ ਉਹਨਾਂ ਨੂੰ ਵੀ ਦੱਸਦਾ ਵੀ ਭਾਈ ਅਸੀਂ ਲੜ ਵੀ ਸਕਦੇ ਜੀ। ਪਰ ਇੱਕ ਮੈਂ ਬੇਨਤੀ ਕਰਾਂ, ਲੜੇ ਸਿੱਖ ਆ, ਜੀ, ਕੋਈ ਹਿੰਦੂ ਨਹੀਂ ਲੜਿਆ, ਉੱਥੇ ਮੈਂ ਬਾਅਦ ਚ ਆਉਣਾ ਜੀ। ਉਦੋਂ ਬਾਅਦ ਕੀ ਹੁੰਦਾ ਕਿ ਹਰਗੋਬਿੰਦ ਪਾਤਸ਼ਾਹ 7ਵੇਂ ਪਾਤਸ਼ਾਹ ਨੂੰ ਕਹਿੰਦੇ ਵੀ ਭਾਈ 2200 ਕੋੜ ਆਪਣੇ ਕੋੜ ਸਵਾਰ ਰੱਖਣਾ, ਕੋਈ ਸਿਰ ਚਾੜਾ ਕਾਵੇ ਤੇ ਲੜਨਾ, ਪਰ ਆਪ ਕਿਸੇ ਦੇ ਸਿਰ ਨਹੀਂ ਜਾਣਾ ਜੀ। ਹੁਣ ਜਿਹੜੀ ਗੱਲ ਆਉਂਦੀ ਹੈ ਇਦੋਂ ਅੱਗੇ ਗੁਰੂ ਤੇਗ ਬਹਾਦਰ ਸਾਹਿਬ ਦੀ, ਹੁਣ ਇਹ ਜਗਜੀਤ ਸਿੰਘ ਜੀ ਨੋਟ ਕਰਿਓ ਥੋੜੀ ਜਿਹੀ ਵੀ ਇਹ ਕਿੱਦਾਂ, ਜਾਂ ਤਾਂ ਇਹ ਸਾਡੇ ਸਾਹਮਣੇ ਆ ਕੇ ਕੋਈ ਸਾਨੂੰ ਇਤਿਹਾਸਕ ਹਵਾਲਾ ਦੇਣ ਵੀ ਜੇ ਇਹ ਹਿੰਦੂਆਂ ਨੇ ਹਿੰਦੂ ਰਾਜ ਲਈ ਜਾਂ ਹਿੰਦੂਆਂ ਨੇ ਇਹ ਸਭ ਕੁਝ ਕਰਨਾ ਸੀ ਜੀ। ਤੇ ਮੈਂ ਇੱਕ ਸਪਸ਼ਟ ਕਰਾਂ ਗੱਲ ਕਿ ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਹੈ, ਇਹ ਹੋਈ ਹੈ 11 ਨਵੰਬਰ 1775 ਨੂੰ 1675 ਨੂੰ ਜੀ। ਉਸ ਵੇਲੇ ਸ਼ਿਵਾਜੀ ਮਰਹੱਟਾ ਹਾਲੇ ਜਿੰਦਾ, ਜਿਹਨੂੰ ਹੁਣ ਇਤਿਹਾਸ 'ਚ ਸ਼ਿਵਾਜੀ ਮਰਹੱਟੇ ਨੂੰ ਹੀਰੋ ਬਣਾ ਕੇ ਪੇਸ਼ ਕਰ ਰਹੇ ਆ ਤੇ ਗੁਰੂ ਗੋਬਿੰਦ ਸਿੰਘ ਦੇ ਪੈਗੰਬਰੀ ਰੁਤਬੇ ਦੀ ਹੇਠੀ ਕਰਕੇ ਉਹਦੇ ਬਰਾਬਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ। ਜੇ ਉਸ ਵੇਲੇ ਹਿੰਦੂਆਂ ਨੂੰ, ਹਿੰਦੂ ਤਵੀਆਂ ਨੂੰ ਹਿੰਦੂ ਤੇ ਆਪਣੇ ਹਿੰਦੂ ਪੁਣੇ ਤੇ ਮਾਣ ਸੀ, ਜਾਂ ਆਪਣੀ ਸੰਸਕ੍ਰਿਤੀ ਤੇ ਮਾਣ ਸੀ ਜਿਹੜੀ ਇਹ ਬਾਰ-ਬਾਰ ਗੱਲ ਕਰਦੇ ਆ, ਜਾਂ ਮਨੂ ਸਿਮਰਤੀ ਦੇ ਵੇਦ ਸ਼ਾਸਤਰਾਂ ਤੇ ਮਾਣ ਸੀ, ਤੇ ਫੇਰ ਇਹ ਗੁਰੂ ਤੇਗ ਬਹਾਦਰ ਸਾਹਿਬ ਸਿੱਖਾਂ ਦੇ ਗੁਰੂ ਕੋਲ ਕਿਉਂ ਆਏ, ਇਹ ਸ਼ਿਵਾਜੀ ਮਰਹੱਟਾ ਕੋਲ ਕਿਉਂ ਨਹੀਂ ਗਏ ਜੀ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਜਿਹੜੀ ਆ ਉਹ ਨਵੰਬਰ 1675 ਨੂੰ ਹੁੰਦੀ ਹੈ, ਤੇ ਜਿਹੜਾ ਸ਼ਿਵਾਜੀ ਮਰਹੱਟਾ ਇਹਦੀ ਮੌਤ ਜਿਹੜੀ 1680 ਨੂੰ ਹੁੰਦੀ ਹੈ ਜੀ। ਇੱਕ ਗੱਲ ਇਹ ਹੋ ਗਈ। ਦੂਜੀ ਗੱਲ ਕਿ ਸ਼ਿਵਾਜੀ ਮਰਹੱਟੇ ਦਾ ਤਾਂ ਜਿਹੜਾ ਬੰਦਾ ਸਿੰਘ ਬਹਾਦਰ ਦਾ, ਇਹਦਾ ਹੁਣ ਤੁਸੀਂ ਫਰਕ ਦੇਖ ਲਓ, ਉੱਦਾਂ ਆਪਾਂ ਉੱਥੇ ਬਾਅਦ ਚ ਆਉਣਾ। ਸ਼ਿਵਾਜੀ ਮਰਹੱਟੇ ਨੇ ਥੋੜ੍ਹੇ ਜਿਹੇ ਥਾਂ ਤੇ ਕਬਜ਼ਾ ਕਰ ਲਿਆ ਤੇ ਕਹਿੰਦਾ ਮੈਨੂੰ ਤੁਸੀਂ ਛਤਰਪਤੀ ਰਾਜਾ ਐਲਾਨ ਕਰੋ, ਔਰ ਜਗਜੀਤ ਸਿੰਘ ਜੀ ਇਤਿਹਾਸ ਗਵਾਹ ਭਰਿਆ ਪਿਆ, ਇਹਨਾਂ ਨੂੰ ਵੀ ਪਤਾ ਕਿ ਕੋਈ ਵੀ ਬ੍ਰਾਹਮਣ ਸ਼ਿਵਾਜੀ ਮਰਹੱਟੇ ਨੂੰ ਰਾਜ ਤਿਲਕ ਦੇਣ ਲਈ ਤਿਆਰ ਨਹੀਂ ਹੋਇਆ। ਅੱਛਾ ਜੀ। ਬਾਅਦ ਚ ਕੀ ਹੋਇਆ ਕਿ ਉਹਨੇ ਜਦੋਂ ਬਹੁਤ ਸਾਰਾ ਧਨ ਖਰਚ ਕੀਤਾ ਤੇ ਉਹ ਬ੍ਰਾਹਮਣ ਕਹਿੰਦੇ ਕਿ ਅਸੀਂ, ਤੂੰ ਪੈਸੇ ਇੰਨੇ ਖਰਚੇ ਆ, ਤੈਨੂੰ ਜੇ ਖੱਤਰੀ ਬਣਾਉਣਾ ਅਸੀਂ ਤੇਰੇ ਤਿਲਕ ਜਿਹੜਾ ਪੈਰ ਦੇ ਅੰਗੂਠੇ ਨਾਲ ਲਵਾਂਗੇ। ਇਹ ਵੀ ਇਹਨਾਂ ਦੇ ਇਤਿਹਾਸਕਾਰ ਕਹਿੰਦੇ, ਅਸੀਂ ਆਪਣੇ ਕੋਲ ਕੁਝ ਨਹੀਂ ਕਹਿੰਦੇ ਜੀ। ਹੁਣ ਇੱਕ ਬੰਨੇ ਸ਼ਿਵਾਜੀ ਮਰਹੱਟਾ ਆ ਕਿ ਆਪਣੇ ਥੋੜੇ ਜਿਹੇ ਰਾਜ ਭਾਗ ਲਈ, ਰਾਜਾ ਕਮਾਉਣ ਲਈ ਬਾਹਮਣ ਦੇ ਅੱਗੇ ਇੰਨਾ ਝੁਕਦਾ ਵੀ ਠੀਕ ਹੈ ਪੈਰ ਨਾਲ ਮੇਰੇ ਤਿਲਕ ਲਾ ਦਿਓ। ਦੂਏ ਬੰਨੇ ਬਾਬਾ ਬੰਦਾ ਸਿੰਘ ਬਹਾਦਰ ਆ ਜੀ। ਇਹ ਅਸੀਂ ਇਤਿਹਾਸ ਜਿਹੜਾ, ਸਾਡੀ ਵੀ ਗਲਤੀ ਆ ਦੇਖੋ ਜਗਜੀਤ ਸਿੰਘ ਜੀ, ਕਿ ਜਦੋਂ ਬੰਦਾ ਸਿੰਘ ਬਹਾਦਰ ਨੇ, ਵੈਸੇ ਆਪਾਂ ਰਵਾਂਗੇ ਲਾਈਨ 'ਚ ਹੀ, ਪਰ ਇਹ ਵੀ ਗੱਲ ਦੱਸਣੀ ਜ਼ਰੂਰੀ ਹੈ, ਬੰਦਾ ਸਿੰਘ ਬਹਾਦਰ ਨੇ ਜਦੋਂ ਸਰਹੰਦ ਦੇ ਸੂਬੇਦਾਰ ਨੂੰ, ਮੂਲੀਆ ਹਕੂਮਤ ਨੂੰ ਹਾਰ ਦੇ ਕੇ ਇਹ 14 ਮਈ ਨੂੰ ਸਰਹੰਦ 'ਚ ਜਾਂਦਾ, 27 ਮਈ 1710 ਨੂੰ ਬੰਦਾ ਸਿੰਘ ਬਹਾਦਰ ਨੇ ਦਰਬਾਰੇ ਖਾਲਸਾ ਕੀਤਾ ਜੀ। ਉਸੇ ਦਰਬਾਰੇ ਖਾਲਸਾ ਦਾ ਵਿਧਾਨ ਸਰਕਾਰੇ ਖਾਲਸਾ ਰਣਜੀਤ ਸਿੰਘ ਨੇ ਬਣਾਇਆ। ਹੁਣ ਉਹ ਜਿਹੜਾ 27 ਮਈ 1710 ਵਾਲਾ ਦਿਹਾੜਾ, ਇਹ ਸਿੱਖ ਕੌਮ ਨੂੰ ਮਨਾਉਣਾ ਚਾਹੀਦਾ ਕਿ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਦੀ ਸਥਾਪਨਾ ਤੇ ਸਭ ਤੋਂ ਪਹਿਲਾਂ ਦਰਬਾਰੇ ਖਾਲਸਾ ਕੀਤਾ ਸੀ। ਉਹ ਅਸੀਂ ਵੀ ਨਹੀਂ ਮਨਾਉਂਦੇ। ਗੱਲ ਸਮਝ ਆਈ ਨਾ? ਹੁਣ ਆਪਾਂ ਪਿੱਛੇ ਨੂੰ ਮੁੜਦੇ ਹਾਂ ਜੀ। ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਬ੍ਰਾਹਮਣ ਆਉਂਦੇ ਆ, ਉਹ ਗੱਲ ਇੰਨੀ ਕੀ ਨਹੀਂ ਜਨੇਊ ਲਾਉਣ ਪਾਉਣ ਦੀ, ਉਹਨਾਂ ਨੂੰ ਧੱਕੇ ਨਾਲ ਮੁਸਲਮਾਨ ਬਣਾਇਆ ਜਾਂਦਾ ਜੀ। ਜਿਹੜਾ ਮੁਸਲਮਾਨ ਬਣ ਜਾਂਦਾ, ਇਹ ਜਿਹੜੇ ਹਿੰਦੂ ਤਬਕੇ ਆ, ਉਦੋਂ ਇਹ ਸੀ ਵੀ ਇਹਨਾਂ ਦੇ 3-4 ਹੋ ਗਏ ਜਿਹੜੇ ਜਾਂ ਤਾਂ ਡਰਦੇ ਚੁੱਪ ਕਰਕੇ ਮੁਸਲਮਾਨ ਹੋ ਜਾਓ, ਜਿਹੜੇ ਹੁੰਦੇ ਗਏ ਜੀ, ਤੇ ਜਾਂ ਫਿਰ ਆਪਣੀਆਂ ਰਿਆਇਤਾਂ ਲੈਣ ਲਈ ਕਹਿੰਦੇ ਰਹੇ ਵੀ ਤੁਸੀਂ, ਅਸੀਂ ਤੁਹਾਡੀਆਂ ਚਿਲਮਾਂ ਭਰਦੇ ਆ, ਮਨਜ਼ੂਰ ਆ, ਪਰ ਤੁਸੀਂ ਸਾਡੀ ਜਿਹੜੀ ਸਮਾਜਿਕ ਵੰਡ ਹੈ ਇਹਨੂੰ ਬਰਾਬਰ ਰਹਿਣ ਦਿਓ। ਉਹਦਾ ਮਤਲਬ ਕਿ ਬ੍ਰਾਹਮਣ ਦੀ ਸਰਦਾਰੀ ਸਮਾਜ 'ਚ ਜਿਹੜੀ ਉਹ ਪੂਰੀ ਰਹਿਣੀ ਚਾਹੀਦੀ। ਇਹ ਹਿੰਦੂ ਤਵੀਆਂ ਦਾ ਸਾਰਾ ਇਤਿਹਾਸ ਆ। ਹੁਣ ਅੱਗੇ ਚੱਲਦੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ
ਇਹ ਸਾਰੀ ਦੁਨੀਆ ਨੇ ਮੰਨਿਆ ਕਿ ਗੁਰੂ ਗੋਬਿੰਦ ਸਿੰਘ ਦੀ ਸ਼ਹਾਦਤ ਮਨੁੱਖੀ ਅਧਿਕਾਰਾਂ ਲਈ ਹੋਈ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ, ਪਾਤਸ਼ਾਹ ਦੀ, ਨਾ ਕਿ ਹਿੰਦੂ ਧਰਮ ਬਚਾਉਣ ਲਈ। ਜੀ ਬਿਲਕੁਲ। ਔਰ ਤੁਸੀਂ ਇਹ ਕਹਿ ਸਕਦੇ ਕਿ ਸਿੱਖ ਧਰਮ ਬਚਾਉਣ ਲਈ, ਸਿੱਖ ਧਰਮ ਦੇ ਸਿਧਾਂਤ ਬਚਾਉਣ ਲਈ ਹੋਈ ਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਹੋਈ। ਜੀ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਵੇਲੇ ਗੁਰੂ ਗੋਬਿੰਦ ਸਿੰਘ ਦੀ ਉਮਰ ਜਿਹੜੀ ਹੈ ਉਹ ਸਿਰਫ 9 ਸਾਲ ਦੀ ਹੈ। ਉਹਨਾਂ ਨੇ ਫੈਸਲਾ ਕੀਤਾ ਵੀ ਇਹ ਜਿਹੜਾ ਹਿੰਦੂ ਧਰਮ ਤੇ ਸਿੱਖ ਧਰਮ ਦਾ ਜਿਹੜਾ ਇੱਕ ਤਾਂ ਨਖੇੜਾ ਤੇ ਇੱਕ ਜਿਹੜਾ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਆ, ਇਹਨੂੰ ਸੰਪੂਰਨਤਾ ਦੇਣੀ ਚਾਹੀਦੀ ਹੈ। ਜੀ। ਉਹ ਸੰਪੂਰਨਤਾ 1699 'ਚ ਜਿਹਨੂੰ ਅਸੀਂ ਖਾਲਸਾ ਪੰਥ ਦੀ ਸਾਜਨਾ ਕਹਿੰਦੇ ਆ, ਉਹ ਸਹੀ ਮਾਇਨੇ 'ਚ ਗੁਰੂ ਨਾਨਕ ਦੇ ਮਿਸ਼ਨ ਦੀ ਸੰਪੂਰਨਤਾ। ਜੀ ਬਿਲਕੁਲ। ਮਿਸ਼ਨ ਗੁਰੂ ਨਾਨਕ ਦਾ, ਸੰਪੂਰਨਤਾ ਗੁਰੂ ਗੋਬਿੰਦ ਸਿੰਘ ਕਰ ਰਹੇ ਆ ਖਾਲਸਾ ਪੰਥ ਦੀ ਸਾਜਨਾ ਕਰਕੇ। ਔਰ ਖਾਲਸੇ ਨੂੰ ਜਿਹੜਾ ਰਹਿਤਾਂ ਕਰਹਿਤਾਂ ਦੱਸ ਕੇ ਸਿੱਖੀ ਸਿਧਾਂਤ ਵੀ ਆ ਇੱਕ ਖਾਸ ਗੱਲ। ਇਹਦੇ 'ਚ ਦੋ ਰਾਵਾਂ ਹੀ ਨਹੀਂ, ਸਾਡੇ ਕੋਲ ਕਈ ਇਤਿਹਾਸਕ ਹਵਾਲੇ ਇਹਨਾਂ ਦੇ ਫਾਰਸੀ ਦੇ ਉਸ ਵੇਲੇ ਦੇ ਮਿਲਦੇ ਆ ਕਿ ਬੰਦਾ ਸਿੰਘ ਬਹਾਦਰ ਜਿਹੜਾ ਇੱਕ ਦਾਸੀ ਸਾਧੂ ਸੀ, ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਨੂੰ ਅੰਮ੍ਰਿਤ ਛਕਾਇਆ। ਅੰਮ੍ਰਿਤ ਛਕਾ ਕੇ ਇਹਨਾਂ ਦਾ ਨਾਮ ਗੁਰਬਖਸ਼ ਸਿੰਘ ਰੱਖਿਆ, ਕਿਉਂਕਿ ਬੰਦਾ ਸਿੰਘ ਬਹਾਦਰ ਨੇ ਜਦੋਂ ਪਹਿਲਾਂ ਕਿਹਾ ਮੈਂ ਤੁਹਾਡਾ ਬੰਦਾ, ਤੇ ਇਹ ਬੰਦਾ ਸਿੰਘ ਬਹਾਦਰ ਦੇ ਨਾਂ 'ਤੇ ਮਸ਼ਹੂਰ ਹੋ ਗਿਆ। ਖਹਿਰਾ ਸਾਹਿਬ, ਤੁਸੀਂ ਅੰਮ੍ਰਿਤ ਛਕਾਉਣ ਦੀ ਗੱਲ ਕੀਤੀ ਤੇ ਜੋ ਇਸ ਕਿਤਾਬ ਦੇ ਵਿੱਚ ਨਵੀਨ ਜੈਨ ਵੱਲੋਂ ਲਿਖਿਆ ਗਿਆ ਉਹ ਵੀ ਤੁਹਾਡੇ ਸਾਹਮਣੇ ਦੁਬਾਰਾ ਅਸੀਂ ਬਾਰ-ਬਾਰ ਇਸ ਕਰਕੇ ਰੱਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਤਿਹਾਸ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਦਾ ਵਿਗਾੜਿਆ ਗਿਆ। ਉਸ ਦੇ ਵਿੱਚ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਹ ਬੰਦਾ ਬੈਰਾਗੀ ਹੀ ਸੀ, ਉਸਨੇ ਅੰਮ੍ਰਿਤ ਨਹੀਂ ਸੀ ਛਕਿਆ। ਤੁਸੀਂ ਗੱਲ ਉੱਥੇ ਲੈਣ ਦੀ ਜੋ ਇਸ ਕਿਤਾਬ ਦੇ ਵਿੱਚ ਲਿਖਿਆ ਹੂ ਬਹੂ ਸਾਡੇ ਦਰਸ਼ਕਾਂ ਦੇ ਸਾਹਮਣੇ ਰੱਖਦੇ हैं। उन्होंने जब यह देखा कि कुछ सिख वैरागी से मिलने की बात कर रहे हैं तो तत् खालसा ने कहा कि यदि वैरागी अमृत छक कर विधिवत सिख होने की घोषणा कर दे तो हम उसका साथ दे सकते हैं। वैसे वैरागी ने जो कुछ भी किया सब सिखों के लिए किया, किंतु सिद्धांततः उसे यह बात स्वीकार नहीं थी कि सहयोग के लिए वे लोग उसके सामने शर्त रखे जिनको उसी ने संगठित किया था और उसी ने शासक प्रशासक बनाया। मतलब इस लाइना दे विच ये गल्लां कहीआं गईआं ने कि तत् खालसा ने शर्त रखी। ये गल्लां बातां तकरीबन कीतियां जा रहीआं सरहंद फतेह तो बाद दियां कि बाबा बंदा सिंह बहादुर नूं कहा कि तुसीं अमृत छक के बैरागी तो सिंह हो जाओ, पर जो तुसीं कह रहे हो उस दे विच डिफरेंस है। की कहोगे इस दे बारे? जगजीत सिंह जी, मैं जो कह रहा जी, साडे को कई हवाले ਸਮਕਾਲੀ ਮੁਸਲਮਾਨ ਇਤਿਹਾਸਕਾਰਾਂ ਦੇ ਜੀ, ਸਰਦਾਰ ਗੰਡਾ ਸਿੰਘ ਉਹਨਾਂ ਨੇ, ਸਾਡੇ ਇਤਿਹਾਸਕਾਰਾਂ ਨੇ, ਮੇਰੇ ਕੋਲ ਪਿਆ ਸਭ ਕੁਝ। ਜੀ ਜੀ ਜੀ। ਉਹਨਾਂ ਨੇ ਬਕਾਇਦਾ ਮੁਸਲਮਾਨ ਇਤਿਹਾਸਕਾਰਾਂ ਨੇ ਲਿਖਿਆ ਕਿ ਬੰਦਾ ਸਿੰਘ ਬਹਾਦਰ ਨੂੰ ਪੌਲ ਛਕਾਈ ਗਈ, ਜੀ, ਅਰਥਾਤ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਗਿਆ। ਜੀ। ਦੂਜੀ ਗੱਲ, ਇਹ ਬਰਾਗੀ ਸੀ ਨਹੀਂ। ਠੀਕ। ਅੰਮ੍ਰਿਤ ਛਕ ਕੇ ਜਦੋਂ ਇਹਨਾਂ ਨੂੰ ਅੰਮ੍ਰਿਤ ਛਕਾਇਆ, ਇਹਨਾਂ ਦਾ ਨਾਂ ਗੁਰਬਖਸ਼ ਸਿੰਘ ਰੱਖਿਆ ਜੀ। ਇਹਨਾਂ ਨੇ ਬਾਅਦ 'ਚ ਵਿਆਹ ਵੀ ਕਰਾਇਆ, ਪਰ ਬਰਾਗੀ ਵਿਆਹ ਨਹੀਂ ਕਰਾਉਂਦੇ। ਜੇ ਬਰਾਗੀ ਸੀ ਤੇ ਫਿਰ ਵਿਆਹ ਕਿਉਂ ਕਰਾਇਆ? ਜੇ ਬਰਾਗੀ ਸੀ ਤਾਂ ਉਹਨੇ ਫਿਰ ਵਿਆਹ ਕਿਉਂ ਕਰਾਇਆ? ਉਹਦਾ ਬੱਚਾ ਹੈ, ਸਾਰਾ ਇਤਿਹਾਸ ਸਾਡੇ ਕੋਲ ਪਿਆ। ਜੀ ਜੀ। ਗੱਲ ਤੁਹਾਡੀ ਸਮਝ ਆਈ? ਜੀ ਜੀ ਜੀ। ਬਰਾਗੀਆਂ ਦਾ ਤਾਂ ਹਾਲੇ ਵੀ ਇੱਥੇ ਤੱਕ ਹੈਗਾ ਵੀ ਜੇ ਇਹਨਾਂ ਦਾ ਕੋਈ ਰਿਸ਼ਤੇਦਾਰ ਮਰ ਜੇ ਤੇ ਇਹਨਾਂ ਨੂੰ ਉਹਦਾ ਸੰਸਕਾਰ ਕਰਨ ਦਾ ਹੁਕਮ ਨਹੀਂ ਹੈ ਵੀ ਸੰਸਾਰ ਛੱਡਤਾ ਸੋ ਛੱਡਤਾ। ਕਿਸੇ ਬੰਨਿਓ ਵੀ ਬੰਦਾ ਸਿੰਘ ਬਹਾਦਰ ਦਾ ਨਾਮ ਬੰਦਾ ਬਰਾਗੀ ਹੋ ਹੀ ਨਹੀਂ ਸਕਦਾ। ਇੱਕ ਗੱਲ ਜੀ, ਅਸੀਂ ਆ ਕਿਤਾਬ ਲਿਖਣ ਵਾਲੇ ਨੂੰ ਜਾਂ ਉਹ ਸਾਡੇ ਸਾਹਮਣੇ ਆ ਕੇ ਸਿੱਧ ਕਰੇ ਤੇ ਜਾਂ ਅਸੀਂ ਇਤਿਹਾਸਕ ਹਵਾਲਿਆਂ ਨਾਲ ਸਿੱਧ ਕਰਦੇ ਕਿ ਬੰਦਾ ਸਿੰਘ ਬਹਾਦਰ ਨੇ ਅੰਮ੍ਰਿਤ ਛਕਿਆ। ਜੀ। ਤੇ ਅੰਮ੍ਰਿਤ ਛਕਣ ਦੇ ਨਾਲ ਦਾ ਸਿਧਾਂਤ ਗੁਰੂ ਗੋਬਿੰਦ ਸਿੰਘ ਦਾ ਇਹ ਹੈ ਕਿ ਅੰਮ੍ਰਿਤ ਛਕਣ ਤੋਂ ਬਾਅਦ ਉਹਨੂੰ ਕਿਹਾ ਨਾਸ਼ ਸਿਧਾਂਤ। ਜੀ। ਤੁਹਾਡਾ ਜਿਹੜਾ ਕਰਮ ਨਾਸ਼, ਧਰਮ ਨਾਸ਼, ਕਰਮ ਨਾਸ਼। ਅੰਮ੍ਰਿਤ ਛਕਣ ਤੋਂ ਬਾਅਦ ਕਿਸੇ ਨੂੰ ਉਹਦੀ ਪਹਿਲੇ ਗੱਲ ਦੇ ਨਾਲ ਜੋੜਨਾ ਕੋਈ ਤੁਕ ਹੀ ਨਹੀਂ ਬਣਦੀ। ਜੀ। ਇਹ ਸਿਧਾਂਤ ਆ, ਹਰ ਧਰਮ ਦਾ ਸਿਧਾਂਤ ਹੁੰਦਾ। ਜੀ। ਹੁਣ ਆਪਾਂ ਥੋੜਾ ਜਿਹਾ ਜਗਜੀਤ ਸਿੰਘ ਜੀ ਪਿੱਛੇ ਮੁੜਦੇ ਹਾਂ। ਜੀ ਜੀ। ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਜਦੋਂ 1699 ਨੂੰ ਖਾਲਸਾ ਪੰਥ ਦੀ ਸਾਜਨਾ ਹੁੰਦੀ ਤੇ ਇਹਨਾਂ ਨੇ ਹਿੰਦੂ ਬਾਈ ਧਾਰ ਦੇ ਰਾਜਿਆਂ ਨੂੰ ਵੀ ਸੁਨੇਹੇ ਘਲਾਏ ਜੀ ਕਿ ਤੁਸੀਂ ਆਓ ਸਾਰੇ
ਗੁਰੂ ਨਾਨਕ ਦੇ ਚਲਾਏ ਪੰਥ 'ਚ ਸ਼ਾਮਲ ਹੋਵੋ, ਆਹ ਅਸੀਂ ਮਰਿਆਦਾ ਬਣਾਈ, ਖੰਡੇ ਬਾਟੇ ਦੀ ਪੌਲ ਛਕੋ ਜੀ। 22 ਧਾਰ ਦੇ ਹਿੰਦੂ ਰਾਜਿਆਂ ਨੇ ਸਪਸ਼ਟ ਕਰਕੇ ਕਹਿ ਦਿੱਤਾ ਕਿ ਅਸੀਂ ਆਪਣਾ ਜਿਹੜੀ ਸਾਡੀ ਵੈਦਿਕ ਮਨੂ ਸਿਮਰਤੀ ਦਾ ਸਾਡਾ ਧਰਮ ਆ, ਅਸੀਂ ਛੋਟਿਆਂ ਲੋਕਾਂ ਦੇ ਨਾਲ ਬਹਿ ਕੇ ਇੱਕ ਬਾਟੇ 'ਚੋਂ ਅੰਮ੍ਰਿਤ ਨਹੀਂ ਛਕ ਸਕਦੇ। ਕੱਲਾ ਉਹਨਾਂ ਨੇ ਇੰਨਾ ਹੀ ਨਹੀਂ ਕਿਹਾ, ਉਲਟਾ 1699 ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦਾ ਇੰਨਾ ਵਿਰੋਧ ਕਰਤਾ, ਇਸ ਕਰਕੇ ਕਿ ਉਹਨਾਂ ਨੇ ਖਾਲਸਾ ਪੰਥ ਦੀ ਜਿਹੜਾ ਗੁਰੂ ਨਾਨਕ ਦਾ ਮਿਸ਼ਨ ਸੀਗਾ ਉਹਨੂੰ ਬਿਲਕੁਲ ਕਰ ਲਿਆ ਵੀ ਇਹਦੇ 'ਚ ਕੋਈ ਵੀ ਜਾਤ ਪਾਤ ਮਜ਼ਹਬ ਦੇਸ਼ ਦਾ ਬੰਦਾ ਇੱਕ ਬਾਟੇ 'ਚੋਂ ਉਮਰ ਛਕ ਕੇ ਖਾਲਸਾ ਪੰਥ 'ਚ ਦਾਖਲਾ ਲੈ ਸਕਦਾ, ਲੇਕਿਨ ਪੰਥ ਕਿਸੇ 'ਚ ਸ਼ਾਮਲ ਨਹੀਂ ਹੋ ਸਕਦਾ। ਹੁਣ ਉੱਥੋਂ ਮੈਂ ਥੋੜ੍ਹਾ ਜਿਹਾ ਨਵੇੜ ਲਵਾਂ ਜੀ। ਹੁਣ ਇਹ ਗੱਲ ਕਦੇ ਗੁਰੂ ਗੋਬਿੰਦ ਸਿੰਘ ਦੀ ਕਰਦਾ, ਕਦੇ ਬੰਦਾ ਸਿੰਘ ਬਹਾਦਰ ਦੀ ਕਰਦਾ, ਕਦੇ ਹਿੰਦੂ ਰਾਜ ਦੀ ਗੱਲ ਕਰ ਰਿਹਾ। ਹਿੰਦੂ 22 ਧਾਰ ਦੇ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਦਾ ਇੰਨਾ ਵਿਰੋਧ ਕੀਤਾ ਕਿ ਇਤਿਹਾਸ ਦੱਸਦਾ ਕਿ ਗੁਰੂ ਗੋਬਿੰਦ ਸਿੰਘ ਨੂੰ ਮੁਗਲਾਂ ਨਾਲੋਂ ਜ਼ਿਆਦਾ ਲੜਾਈਆਂ ਹਿੰਦੂ ਰਾਜਿਆਂ ਨਾਲ ਲੜਨੀਆਂ ਪਈਆਂ। ਬਿਲਕੁਲ ਗੱਲ ਤਾਂ ਉੱਥੇ ਸਪਸ਼ਟ ਹੋ ਗਈ। ਹਿੰਦੂ ਸਿੱਖ ਵੱਖਰੇ ਦੀ ਗੱਲ ਉੱਥੇ ਸਪਸ਼ਟ ਹੋ ਗਈ ਜੀ। ਗੱਲ ਤੁਹਾਡੀ ਪਕੜ 'ਚ ਆਈ ਨਾ। ਬਿਲਕੁਲ ਖਹਿਰਾ ਸਾਹਿਬ, ਇੱਕ ਸਵਾਲ ਹੈ ਉਹ ਅਸੀਂ ਇਹਨਾਂ ਤੇ ਹੀ ਛੱਡ ਦਿੰਦੇ ਹਾਂ ਕਿ ਤੁਸੀਂ ਇਸ ਗੱਲ ਦਾ ਜਵਾਬ ਦਿਓ। ਜੇ ਗੁਰੂ ਪਾਤਸ਼ਾਹ ਨੂੰ ਤੁਸੀਂ ਕਹਿੰਦੇ ਹੋ ਕਿ ਉਹ ਹਿੰਦੂ ਸੀ ਜਾਂ ਉਹ ਹਿੰਦੂ ਰਾਸ਼ਟਰ ਲਈ ਲੜਦੇ ਸੀ, ਤੇ ਫਿਰ ਗੁਰੂ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਦੇ ਵਿੱਚ ਤਕਰੀਬਨ 14 ਜੰਗਾਂ ਲੜੀਆਂ। 14 ਦੇ ਵਿੱਚੋਂ ਬਹੁਤਾਤ ਜਿਹੜੀਆਂ ਹੈਗੀਆਂ ਤਕਰੀਬਨ ਜੇ ਆਪਾਂ ਕਹੀਏ ਕਿ 12 ਜੰਗਾਂ ਦੇ ਵਿੱਚ 12 ਜਾਂ 12.5 ਜੰਗਾਂ ਦੇ ਵਿੱਚ ਜਿਹੜੇ ਹਿੰਦੂ ਪਹਾੜੀ ਰਾਜੇ ਸਨ ਉਹ ਗੁਰੂ ਸਾਹਿਬ ਤੇ ਚੜ੍ਹ ਕੇ ਆਉਂਦੇ ਰਹੇ। ਹੁਣ ਤੁਸੀਂ ਇਸ ਗੱਲ ਦਾ ਜਵਾਬ ਦਿਓ ਕਿ ਜਾਂ ਤਾਂ ਉਹ ਫਿਰ ਪਹਾੜੀ ਉਸ ਟਾਈਮ ਦੇ ਰਾਜੇ ਜਿਹੜੇ ਸਨ ਜਾਂ ਤੇ ਉਹ ਹਿੰਦੂ ਨਹੀਂ ਸਨ, ਤੇ ਜੇ ਗੁਰੂ ਸਾਹਿਬ ਹਿੰਦੂ ਰਾਸ਼ਟਰੀ ਲੜਦੇ ਸੀ ਤੇ ਫਿਰ ਉਹ ਹਿੰਦੂ ਤੇ ਚੜ੍ਹ ਕੇ ਕਿਉਂ ਆਊਗਾ? ਇਸ ਗੱਲ ਦਾ ਜਿਹੜਾ ਜਵਾਬ ਹੈ ਅਸੀਂ ਤੁਹਾਡੇ ਕੋਲੋਂ ਪੁੱਛਦੇ ਹਾਂ, ਅਸੀਂ ਰਾਸ਼ਟਰੀ ਸਵਮ ਸੇਵਕ ਸੰਘ ਕੋਲੋਂ ਪੁੱਛਦੇ ਹਾਂ ਕਿ ਤੁਸੀਂ ਇਸ ਗੱਲ ਦਾ ਜਵਾਬ ਦਿਓ ਜੇ ਤੁਸੀਂ ਅੱਜ ਕਿਤਾਬਾਂ ਦੇ ਵਿੱਚ ਇਹ ਗੱਲਾਂ ਕਹਿੰਦੇ ਹੋ। ਹਾਂਜੀ ਖਾਲਸਾ ਸਾਹਿਬ, ਇਹਨੂੰ ਹੋਰ ਥੋੜਾ ਜਿਹਾ ਸਪਸ਼ਟ ਕਰ ਦਈਏ ਜੀ। ਆਨੰਦਪੁਰ ਨੂੰ ਘੇਰਾ ਪਾਉਣ ਵਾਲੇ ਵੀ ਹਿੰਦੂ 22 ਧਾਰ ਦੇ ਰਾਜੇ ਜਿਨ੍ਹਾਂ ਔਰੰਗਜ਼ੇਬ ਨੂੰ ਸੱਦਾ ਘੱਲਿਆ ਜੀ। ਚਮਕੌਰ ਦਾ ਯੁੱਧ ਹੁੰਦਾ ਕੁੱਲ ਦੁਨੀਆ ਜਾਣਦੀ, ਅਸੀਂ ਅੱਗੇ ਵੀ ਕਿਹਾ, ਪਰ ਇਹਨਾਂ ਨੂੰ ਜਵਾਬ ਦੇਣ ਲਈ ਅਸੀਂ ਇਹਨੂੰ ਕਲੈਰੀਫਾਈ ਕਰ ਰਹੇ ਹਾਂ ਜੀ। ਚਮਕੌਰ ਦੀ ਗੜੀ 'ਚ ਘਿਰਿਆ ਗੁਰੂ ਗੋਬਿੰਦ ਸਿੰਘ 40 ਭੁੱਖੇ ਭਾਣੇ ਸਿੰਘਾਂ ਦੇ ਨਾਲ ਜੀ, ਤੇ ਉਹਨਾਂ ਨੂੰ ਘੇਰਾ ਪਾਇਆ ਜਾਂ ਜਿੰਨੇ 10 ਲੱਖ ਦੀ ਫੌਜ ਦੇ ਇਤਿਹਾਸਕ ਹਵਾਲੇ ਮਿਲਦੇ ਆ ਸਾਰਿਆਂ ਨੇ ਇਕੱਠੇ ਹੋ ਕੇ। ਔਰ ਜਗਜੀਤ ਸਿੰਘ ਜੀ ਇਹ ਸਾਨੂੰ ਦੱਸਣ ਵੀ ਜੇ ਗੁਰੂ ਗੋਬਿੰਦ ਸਿੰਘ ਹਿੰਦੂ ਹੀ ਸੀ, ਇੱਕ ਬੰਨੇ ਬੁੱਤ ਤੋੜਨ ਵਾਲੇ ਤੇ ਬੁੱਤ ਪੂਜਣ ਵਾਲੇ ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਨੂੰ ਘੇਰਾ ਪਾਉਂਦੇ ਆ ਜੀ। ਔਰ ਇਸ ਗੱਲ ਦਾ ਜਿਹੜਾ ਹਵਾਲਾ ਹੈ ਗੁਰੂ ਸਾਹਿਬ ਆਪ ਜਫਰਨਾਮੇ 'ਚ ਆਪ ਦੇ ਰਿਹਾ ਜੀ। ਸਾਡੇ ਕੋਲ ਸਾਰਾ ਇਤਿਹਾਸ ਮੌਜੂਦ ਪਿਆ ਜੀ। ਹੁਣ ਦੇਖਣ ਵਾਲੀ ਗੱਲ ਇਹ, ਇਹਨਾਂ ਨੂੰ ਭਲੇ ਮਾਨਸਾਂ ਨੂੰ ਪੁੱਛੇ ਵੀ ਇਸ ਐਡੇ ਵੱਡੇ ਇਤਿਹਾਸ ਨੂੰ, ਤੱਥਾਂ ਨੂੰ ਤੁਸੀਂ ਕਿੱਥੇ ਲੁਕੋ ਲਓਗੇ? ਔਰ ਉਸ ਵੇਲੇ ਦਾ ਅਹਿਮਦ ਸ਼ਾਹ ਬਟਾਲਵੀ ਜਿਹਦੇ ਕੋਲ ਸਾਡੇ ਕੋਲ ਐਨ ਸਬੂਤ ਪਏ ਆ ਜੀ ਕਿ ਅੰਮ੍ਰਿਤ ਛਕਾਉਣ ਵੇਲੇ ਗੁਰੂ ਗੋਬਿੰਦ ਸਿੰਘ ਨੇ ਸਪਸ਼ਟ ਕਿਹਾ ਸੀ ਕਿ ਤੁਸੀਂ ਹਿੰਦੂ ਗ੍ਰੰਥਾਂ ਨੂੰ ਨਹੀਂ ਮੰਨਣਾ, ਕਿਸੇ ਗਣੇਸ਼ ਵਿਸ਼ਨੂੰ ਦੀ ਤੁਸੀਂ ਪੂਜਾ ਨਹੀਂ ਕਰਨੀ, ਕਿਸੇ ਦੀ ਵੱਡੇ ਛੋਟੇ ਦਾ ਫਰਕ ਨਹੀਂ ਰੱਖਣਾ, ਇੱਕ ਬਾਟੇ 'ਚੋਂ ਖੱਟੇ ਬਾਟੇ ਦੀ ਪੌੜ ਲੈ ਕੇ ਜਾਤ ਪਾਤ ਦਾ ਭੇਦ ਮਿਟਾ ਕੇ ਤੇ ਪੰਥ 'ਚ ਸ਼ਾਮਲ ਹੋਣਾ। ਸਾਡੇ ਕੋਲ ਸਾਰੇ ਹਵਾਲੇ ਪਏ ਹੈ। ਇਹ ਕਿੱਦਾਂ ਕਹਿ ਸਕਦੇ ਕਿ ਗੁਰੂ, ਇਹ ਤਾਂ ਹੁਣ ਗੁਰੂ ਗੋਬਿੰਦ ਸਿੰਘ ਨੂੰ ਵੀ ਹਿੰਦੂ ਸਿੱਧ ਕਰਨ ਦੀ ਕੋਸ਼ਿਸ਼ ਕਰਦੇ। ਖੈਰ ਸਾਹਿਬ, ਇਸ ਦੇ ਵਿੱਚ ਜਿਹੜੀ ਇੱਕ ਲਾਈਨ ਜਿੱਥੋਂ ਆਪਾਂ ਸ਼ੁਰੂ ਕੀਤੀ ਸੀ ਉਸ 'ਤੇ ਆਪਾਂ ਦੁਬਾਰਾ ਇਹ ਕਰੀ, ਗੁਰੂ ਗੋਬਿੰਦ ਸਿੰਘ ਨੇ ਜੋ ਇਸ ਕਿਤਾਬ ਦੇ ਵਿੱਚ ਲਿਖਿਆ ਨਵੀਨ ਜੈਨ ਵੱਲੋਂ, ਗੁਰੂ गोविंद सिंह ने आत्म बल का जो संचार किया उसी को आगे बढ़ाकर वीर बंदा ने उत्तर भारत में हिंदू राज्य स्थापित किया। हिंदू राज्य स्थापित किया बंदा बैरागी, की कहोगे इस बारे? देखो जी, जगजीत सिंह जी गल्लां दो है, हिंदू राज ते आपां फेर आउणे आ। बंदा सिंह बहादुर दा विरोध सब तो ज़्यादा हिंदू राजा ने किया। ਇਹਦੇ ਹਵਾਲੇ ਮਿਲਦੇ ਆਪਾਂ ਨੂੰ, मैं पढ़न लगा जी जी। ये किस बिद रूड़ी पातशाही सरदार अजमेर सिंह, उन्होंने पन्ना काट ते 6 पॉइंट दिते हैं, तो मैं 6वें जेड़े तुहानूं पढ़ के दस जरूर। और ये उन्होंने भी पढ़ना होवे तो किताब भी पढ़ सकते, उन्होंने सारे हवाले भी दिते जी जी। वो कहते हैं कि जदों बंदा सिंह बहादुर ने ये मुल्क नूं आज़ाद कराउण लई कह लो, मुगलिया हुकूमत कोलों आज़ाद कराउण लई कह लो, उस वेले इन्हां दे विपर संस्कार दियां इतिहासक गति
ਵਧੇਰੇ ਨਿਸ਼ੇਧ ਰੂਪ ਧਾਰਨ ਕਰ ਗਈ ਉਦੋਂ ਜਦੋਂ ਬੰਦਾ ਸਿੰਘ ਬਹਾਦਰ ਸਿੱਖ ਇਨਕਲਾਬ ਲਿਆਉਣ ਲਈ ਔਰ ਮੁਗਲਾਂ ਨੂੰ ਉੱਥੋਂ ਕੱਢ ਕੇ ਬਾਹਰ ਤੇ ਰਾਜ ਆਪਣਾ ਸਿੱਖਾਂ ਦਾ ਸਥਾਪਿਤ ਕਰਨ ਲਈ ਲੜ ਰਿਹਾ ਸੀ। ਉਦੋਂ ਹਿੰਦੂ ਰਾਜਾਂ ਦਾ ਕੀ ਰੋਲ ਸੀ? ਉਹ ਕਹਿੰਦੇ ਵਿਪਰ ਸੰਸਕਾਰੀ ਈਰਖਾ ਤੇ ਸਵਾਰਥ ਆਪਣੇ ਅਸ਼ਲੀਲ ਰੂਪ ਵਿੱਚ ਪ੍ਰਗਟ ਹੋਣ ਲੱਗਾ। ਹਿੰਦੂ ਸਮਾਜ ਦੀਆਂ ਮੋਹਤਬਰ ਤਾਕਤਾਂ ਨੇ ਜੁਝਾਰੂ ਖਾਲਸੇ ਦੇ ਖਿਲਾਫ ਮੁਗਲ ਸ਼ਾਹੀ ਦਾ ਖੁੱਲ੍ਹ ਖੁੱਲ੍ਹਾ ਪੱਖ ਪੂਰਨਾ ਸ਼ੁਰੂ ਕੀਤਾ। ਪੁਸ਼ਟੀ ਲਈ ਕੁਝ ਇਤਿਹਾਸਕ ਅਗਵਾਈਆਂ ਹਾਜ਼ਰ ਹਨ। 6 ਅਗਵਾਈਆਂ ਦਿੱਤੀਆਂ ਉਹਨੇ ਜੀ। ਉਹ ਕਹਿੰਦੇ ਆ ਕਿ ਨੰਬਰ 1, ਬੰਦਾ ਸਿੰਘ ਬਹਾਦਰ ਨੇ ਧਰਮ ਦੀ ਰਾਖੀ ਲਈ ਹਿੰਦੂਆਂ ਨੂੰ ਸੱਚੇ ਧਰਮ ਦੀ, ਸਿੱਖ ਧਰਮ ਦੀ ਰਾਖੀ ਲਈ, ਜੇ ਇਸ ਧਰਮ ਦਾ ਕੋਈ ਸਿਧਾਂਤ ਆ, ਮੁਗਲ ਹਕੂਮਤ ਵਿਰੁੱਧ ਖਾਲਸੇ ਦੇ ਧਰਮ ਯੁੱਧ ਵਿੱਚ ਸ਼ਰੀਕ ਹੋਣ ਦਾ ਸੱਦਾ ਦਿੱਤਾ ਜੀ। ਵੀ ਖਾਲਸੇ ਦਾ ਜਿਹੜਾ ਧਰਮ ਯੁੱਧ ਆਓ ਤੇ ਆਪਾਂ ਇਹਨਾਂ ਨੂੰ ਮੁਗਲਾਂ ਨੂੰ ਇੱਥੋਂ ਭਜਾਈਏ। ਪਰ ਹਿੰਦੂ ਜਨਤਾ ਨੇ ਨਾ ਸਿਰਫ ਇਸ ਸੱਦੇ ਨੂੰ ਅਣਸੁਣਿਆ ਕਰ ਦਿੱਤਾ, ਸਗੋਂ ਸਵਰਨ ਜਾਤੀ ਹਿੰਦੂ ਵਰਗਾਂ ਨੇ ਖਾਲਸੇ ਦੀ ਜੱਦੋ-ਜਹਿਦ ਦੇ ਖਿਲਾਫ ਮੁਗਲ ਹਾਕਮਾਂ ਦੀ ਸਰਗਰਮੀ ਨਾਲ ਹੱਥ ਵਟਾਇਆ ਜੀ। ਹਿੰਦੂਆਂ ਨੇ ਬੰਦਾ ਸਿੰਘ ਬਹਾਦਰ ਦੇ ਖਿਲਾਫ ਜੀ। ਬੰਦਾ ਸਿੰਘ ਬਹਾਦਰ ਵਿਰੁੱਧ ਦਿੱਲੀ ਦੇ ਬਾਦਸ਼ਾਹ ਫਰਖਸੀਰ ਦੀ ਵਹਿਸ਼ੀ ਮੁਹਿੰਮ ਤੇ ਖਰਚੇ ਦਾ ਜੁੰਮਾ ਲਾਹੌਰ ਦੇ ਹਿੰਦੂ ਖੱਤਰੀਆਂ ਨੇ ਉੱਟਿਆ ਸੀ। ਅੱਛਾ ਜੀ। ਸੁਣੀ ਜਾਂਦੇ ਨਾ ਜੀ? ਹਾਂਜੀ ਹਾਂਜੀ, ਸੁਣੀ ਜਾਂਦੇ। ਬਹੁਤ ਸਾਰੇ ਹਿੰਦੂ ਰਾਜੇ, ਕਿਉਂਕਿ ਇਹ ਜਿਹੜੇ ਰਾਜਪੂਤ ਹਿੰਦੂ ਰਾਜੇ ਸੀ ਇਹ ਆਪਣੇ ਨਾਂ ਸਿੰਘ ਲਾਉਂਦੇ ਸੀ। ਇਹ ਕੋਈ ਭੁਲੇਖਾ ਨਾ ਖਾ ਜੇ, ਇਹ ਗੁਰੂ ਗੋਬਿੰਦ ਸਿੰਘ ਦੇ ਸਿੰਘ ਨਹੀਂ, ਜਿਹੜੇ ਹਿੰਦੂ ਰਾਜਪੂਤ ਆ ਉਹ ਹੀ ਆਪਣੇ ਨਾਂ ਨਾਲ ਸਿੰਘ ਲਾਉਂਦੇ ਸੀ। ਉਹ ਕਹਿੰਦਾ ਸਾਰੇ ਹਿੰਦੂ ਰਾਜਿਆਂ ਜਿਵੇਂ ਚਤਰਸਾਲ, ਬਦਨ ਸਿੰਘ ਰਾਜਪੂਤ ਤੇ ਉਦਿਤ ਬੰਦੇਲਾ, ਚੁੜਾਮਨ ਭਰਤਪੁਰੀਆ, ਗੋਪਾਲ ਸਿੰਘ ਭਦੌੜੀਆ, ਕਸ਼ਵਾਹਾ, ਰਾਜਾ ਅਜੀਤ ਸਿੰਘ ਜੋਧਪੁਰੀਆ, ਰਾਜਾ ਜੈ ਸਿੰਘ ਜੈਪੁਰੀਆ, ਜੰਮੂ ਦੇ ਕਿਰਪਾਲ ਦੇਵ, ਦਾਹਿਰ ਦੇਵ, ਚੰਦੇੜੀ ਦੇ ਜ਼ਿਮੀਂਦਾਰ ਦੁਰਜਨ ਸਿੰਘ ਹਿੰਦੂ ਤੇ ਉਸ ਦੇ ਭਤੀਜੇ ਜੈ ਸਿੰਘ ਨੇ ਸ਼ਿਵਾਲਕ ਪਹਾੜੀਆਂ ਦੇ ਰਾਜਿਆਂ ਕਾਂਗੜਾ, ਕਟੋਚ, ਹਾਕਮ ਜਸਰੋੜ ਦੇ ਜੰਮਵਾਲ ਦੇ ਪੁੱਤਰ ਹਮੀਰ ਚੰਦ ਕੰਬੋਜ, ਰਾਮ ਸਿੰਘ ਜੰਮਵਾਲ, ਦੱਬੇ ਚੰਦ ਦੇਨੂਵਾਲ, ਨੂਰਪੁਰੀ, ਦਇਆ ਧੰਮਾ ਆਦਿ ਨੇ, ਆਹ ਨੋਟ ਕਰਨ ਵਾਲੀ ਗੱਲ ਆ, ਇਹਨਾਂ ਸਾਰਿਆਂ ਨੇ ਬੰਦਾ ਸਿੰਘ ਵਿਰੁੱਧ ਬੜੀ ਸਰਗਰਮ ਭੂਮਿਕਾ ਨਿਭਾਈ। ਡਾਕਟਰ ਗੰਡਾ ਸਿੰਘ ਲਿਖਦੇ ਹਨ ਕਿ ਸਿੰਘਾਂ ਨੇ ਹਿੰਦੂਆਂ ਦੀ ਆਜ਼ਾਦੀ ਲਈ ਬੀੜਾ ਚੁੱਕਿਆ, ਪਰ ਕਿਸੇ ਇੱਕ ਵੀ ਉੱਘੇ ਹਿੰਦੂ ਨੇ ਉਹਨਾਂ ਦੀ ਸਹਾਇਤਾ ਨਾ ਕੀਤੀ, ਬਲਕਿ ਉਹਨਾਂ ਦੇ ਵੱਡੇ ਵੱਡੇ ਰਾਜੇ ਮੁਗਲਾਂ ਦੀ ਸਹਾਇਤਾ ਲਈ ਸਿੰਘਾਂ ਦੇ ਵਿਰੁੱਧ ਆਪਣੇ ਲਾਓ ਲਸ਼ਕਰ ਸਮੇਤ ਚੜ੍ਹ ਕੇ ਆਏ। ਇੰਜ ਬਦਲੇ ਵਿੱਚ ਬਾਦਸ਼ਾਹ ਨੇ ਰਾਜਾ ਉਦਿਤ ਸਿੰਘ ਬੰਦੇਲੇ ਨੂੰ ਖਾਸ ਖਿਲਤ ਦਿੱਤੀ। ਰਾਜਾ ਚਤਰਸਾਲ ਨੂੰ ਕਲਗੀ ਬਖਸ਼ੀ। ਫਰਸੀਰ ਨੇ ਪਹਾੜੀ ਰਾਜੇ ਸਿੰਘਾਂ ਨੂੰ ਫੜ ਕੇ ਉਹਨਾਂ ਦੇ ਸਿਰ ਭੇਜ ਕੇ ਬਹਾਦਰ ਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਸਨ। ਇਹ ਤਾਂ ਗੱਲ ਉਧਰ ਨੂੰ ਜਾਂਦੇ, ਅਸਲ ਗੱਲ ਜਿਹੜੀ ਉਹ ਇਹ ਹੈ ਜੀ। ਅੱਗੇ ਸਰਦਾਰ ਗੰਡਾ ਸਿੰਘ ਨੇ ਲਿਖਦੇ ਆ ਕਿ ਸਮਕਾਲੀ ਅਖਬਾਰ, ਕਿਉਂਕਿ ਉਹਨਾਂ ਨੇ ਜਿਹੜੀਆਂ ਉਸ ਵੇਲੇ ਦੀਆਂ ਅਖਬਾਰਾਂ ਉਹਨਾਂ 'ਚੋਂ ਇਹ ਸਾਰੀਆਂ ਗੱਲਾਂ ਲਈਆਂ। ਉਹਨਾਂ ਨੇ ਇਤਿਹਾਸ ਇਹ ਨਹੀਂ ਵੀ ਆਪਣੇ ਕੋਲੋਂ ਬਣਾ ਲਿਆ ਜਿੱਦਾਂ ਇਹ ਬਣਾਈ ਜਾਂਦੇ ਆ। ਉਹਨਾਂ ਨੇ ਉਸ ਵੇਲੇ ਦੇ ਸਮਕਾਲੀ ਫਾਈਲਾਂ, ਦਸਤਾਵੇਜ਼ਾਂ ਤੋਂ ਇਹ ਇਤਿਹਾਸ ਜਿਹੜਾ ਉਹ ਇਕੱਠਾ ਕੀਤਾ। ਠੀਕ ਹੈ ਨਾ ਜੀ। ਡਾਕਟਰ ਗੰਡਾ ਸਿੰਘ ਨੇ ਇਸ ਬਾਰੇ ਸ਼ਾਹੀ ਦਰਬਾਰ ਦੇ ਸਮਕਾਲੀ ਅਖਬਾਰ ਨਵੀਸਾਂ ਦੀਆਂ ਰਿਪੋਰਟਾਂ 'ਚੋਂ ਠੋਸ ਵੇਰਵੇ ਇਕੱਠੇ ਕੀਤੇ, ਜਿਨ੍ਹਾਂ 'ਚੋਂ ਕੁਝ ਪ੍ਰਮੁੱਖ ਇਸ ਪ੍ਰਕਾਰ ਹਨ। ਨਵੰਬਰ 19 1713 ਕੁਮਾਊਂ ਦੇ ਹਿੰਦੂ ਰਾਜਿਆਂ ਨੇ ਬਾਜ ਬਹਾਦਰ ਚੰਦ ਨੇ ਸ਼੍ਰੀਨਗਰ ਗੜਵਾਲ ਦੇ 228 ਬਾਗੀਆਂ ਭਾਵ ਸਿੰਘਾਂ ਨੂੰ ਧੋਖੇ ਨਾਲ ਸੱਦ ਕੇ ਉਹਨਾਂ ਦੇ ਨੱਕ ਵੱਢ ਦਿੱਤੇ ਤੇ ਬਾਦਸ਼ਾਹ ਕੋਲ ਭੇਜ ਦਿੱਤਾ। ਬਾਦਸ਼ਾਹ ਨੇ ਪ੍ਰਸੰਨ ਹੋ ਕੇ ਰਾਜੇ ਨੂੰ ਇੱਕ ਵਿਸ਼ੇਸ਼ ਖਿਲਤ ਦਿੱਤੀ।
ਇਸੇ ਤਰ੍ਹਾਂ ਹਿੰਦੂ ਭਾਈਧਾਰ ਦੇ ਰਾਜਿਆਂ ਨੇ ਜਿੱਥੇ ਵੀ ਦਾ ਲੱਗਾ ਸਿੱਖਾਂ ਨੂੰ ਧੋਖੇ ਨਾਲ ਫੜ ਕੇ ਕਤਲ ਕਰਕੇ ਉਹਨਾਂ ਦੇ ਇਨਾਮ ਲਏ। ਨੰਬਰ 2, ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਅਮੁੱਦ ਸਮਦ ਖਾਨ ਨੇ ਸਾਰੇ ਪੰਜਾਬ ਵਿੱਚ ਡੌਂਡੀ ਫਰਾ ਦਿੱਤੀ ਕਿ ਬੰਦੇ ਵਕਤ ਜਿਸ ਕਿਸੇ ਦਾ ਨੁਕਸਾਨ ਸਿੰਘਾਂ ਹੱਥੋਂ ਹੋਇਆ ਜਾਂ ਕਿਸੇ ਦੀ ਕੋਈ ਜਾਇਦਾਦ ਕਿਸੇ ਨੇ ਦੱਬ ਲਈ, ਉਹ ਦਾਅਵਾ ਕਰੇਗਾ ਤੇ ਮੋੜ ਕੇ ਦਵਾਈ ਜਾਊਗੀ। ਇਹ ਬਹੁਤ ਸਾਰੇ ਹਿੰਦੂਆਂ ਨੇ ਕਈ ਝੂਠੇ ਕਲੇਮ ਵੀ ਪਾ ਦਿੱਤੇ ਬੰਦਾ ਸਿੰਘ ਬਹਾਦਰ ਦੇ ਵਿਰੁੱਧ। ਮੈਂ ਫਿਰ ਨੋਟ ਕਰਾਂ, ਜੀ ਜੀ ਜੀ, ਹਿੰਦੂ ਰਾਜਿਆਂ ਨੇ ਬੰਦਾ ਸਿੰਘ ਬਹਾਦਰ ਦੇ ਵਿਰੁੱਧ ਮੂਲੀਆ ਹਕੂਮਤ ਦੀ ਮਦਦ ਕੀਤੀ। ਇਹ ਕਿੱਦਾਂ ਕਹਿੰਦੇ ਆ ਵੀ ਉਹ ਹਿੰਦੂ ਸੀ, ਤੂੰ ਹਿੰਦੂ ਰਾਜ ਲਈ ਸਭ ਕੁਝ ਕੀਤਾ। ਨੰਬਰ 3, ਅਮੁੱਦ ਸਮਦ ਖਾਨ ਦੇ ਬੇਟੇ ਜ਼ਕਰੀਆ ਖਾਨ ਨੇ ਜਦ ਹੈਦਰੀ ਝੰਡੇ ਹੇਠ 1788 ਨੂੰ ਸਿੱਖਾਂ ਵਿਰੁੱਧ ਆਪਣੇ ਪਿਓ ਨਾਲੋਂ ਵੀ ਵੱਧ ਜ਼ਾਲਮਾਨਾ ਮੁਹਿੰਮ ਵੰਡੀ ਤਾਂ ਉਸ ਵੇਲੇ ਦੇ ਪਹਾੜ ਮੱਲ ਖੱਤਰੀ ਨੇ ਆਪਣੇ ਖਜ਼ਾਨੇ ਦੇ ਮੂੰਹ ਇਸ ਮੁਹਿੰਮ ਲਈ ਖੋਲ੍ਹ ਦਿੱਤੇ। ਚੌਧਰੀ ਸਾਹਿਬ ਰਾਏ ਨਸ਼ਹਿਰੇ ਵਾਲਾ, ਅਕਲਦਾਸ ਜੰਡਿਆਲੀਆ, ਧਰਮਦਾਸ ਤੇ ਅਨੇਕ ਹਿੰਦੂ ਇਸ ਖੁਦਾਈ ਲਸ਼ਕਰ ਦੇ ਸਹਾਇਕ ਬਣੇ। ਗੱਲ ਤੁਹਾਡੀ ਸਮਝ ਆਈ ਨਾ ਜੀ। ਸਿੱਖ ਸੰਘਰਸ਼ ਦੇ ਵੀ ਤੇ ਬੰਦਾ ਸਿੰਘ ਬਹਾਦਰ ਦੇ ਵੀ। ਜ਼ਕਰੀਆ ਖਾਨ ਵੱਲੋਂ ਖਾਲਸਾ ਪੰਥ ਵਿਰੁੱਧ ਖੇਡੀ ਗਈ ਖੂਨੀ ਹੋਲੀ ਵਿੱਚ ਵੀ ਏਮਨਾਬਾਦ ਦੇ 2 ਖੱਤਰੀ ਭਰਾਵਾਂ ਲਖਪਤ ਰਾਏ ਤੇ ਜਸਪਤ ਰਾਏ ਨੇ ਬਹੁਤ ਹੀ ਵਧਵੇਂ ਉਤਸ਼ਾਹ ਨਾਲ ਭਾਗ ਲਿਆ। ਮੁਗਲ ਹਕੂਮਤ ਤੇ ਉਸਦੇ ਹਿੰਦੂ ਦੀਵਾਨ ਲਖਪਤ ਰਾਏ ਦਾ ਸਭ ਤੋਂ ਵੱਧ ਕਹਿਰ ਸ੍ਰੀ ਹਰਿਮੰਦਰ ਸਾਹਿਬ ਉੱਤੇ ਨਾਜ਼ਲ ਹੋਇਆ। ਇਹ ਉਹ ਸਮਾਂ ਸੀ ਜਦੋਂ ਭਾਈ ਮਨੀ ਸਿੰਘ ਨੂੰ ਸ਼ਹੀਦ ਕੀਤਾ ਗਿਆ ਅਤੇ ਮੱਸੇ ਰੰਗੜ ਹੱਥੋਂ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਾਈ ਗਈ। ਇਹਦੇ 'ਚ ਲਖਪਤ ਰਾਏ ਦਾ ਪੂਰਾ ਹੱਥ ਸੀ। ਨੰਬਰ 5, ਜਦ ਸਿੰਘਾਂ ਨੇ ਏਮਨਾਬਾਦ ਦੇ ਨਜ਼ਦੀਕ ਹੋਈ ਇੱਕ ਮੁੱਠਭੇੜ ਵਿੱਚ 1746 ਨੂੰ ਜਸਪਤ ਰਾਏ ਨੂੰ ਜਾਨੋਂ ਮਾਰ ਮੁਕਾਇਆ ਤਾਂ ਭਰਾ ਦੀ ਮੌਤ ਦਾ ਖਬਰ ਮਿਲਦਿਆਂ ਹੀ ਲਖਪਤ ਰਾਏ ਸਿੱਧਾ ਨਵਾਬ ਯਾਹੀਆ ਖਾਨ ਕੋਲ ਪਹੁੰਚਿਆ। ਇਹ ਜ਼ਕਰੀਆ ਖਾਨ ਦਾ ਮੁੰਡਾ ਸੀ। ਉਸ ਦੇ ਪੈਰਾਂ ਉੱਪਰ ਆਪਣੀ ਪੱਗ ਰੱਖ ਕੇ ਕਸਮ ਖਾਧੀ ਕਿ ਉਹ ਇਸ ਪੱਗ ਨੂੰ ਆਪਣੇ ਸਿਰ ਤੇ ਉਦੋਂ ਬੰਨੇਗਾ ਜਦ ਧਰਤੀ ਤੋਂ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਦੇਵੇਗਾ। ਤੇ ਨਾਲ ਹੀ ਉਸਨੇ ਫੜ ਮਾਰੀ ਕਿ ਖਾਲਸੇ ਦਾ ਜਨਮ ਵੀ ਇੱਕ ਖੱਤਰੀ ਗੁਰੂ ਗੋਬਿੰਦ ਸਿੰਘ ਦੇ ਹੱਥੋਂ ਹੋਇਆ ਸੀ ਤੇ ਹੁਣ ਇਸ ਦੀ ਮੌਤ ਵੀ ਇੱਕ ਖੱਤਰੀ ਲਖਪਤ ਰਾਏ ਹੱਥੋਂ ਹੋ ਕੇ ਰਹੇਗੀ। ਸਿੱਖ ਦੁਸ਼ਮਣੀ ਦੀ ਅੱਗ ਵਿੱਚ ਸੜਦੇ ਹੋਏ ਲਖਪਤ ਰਾਏ ਨੇ ਸਿੱਖਾਂ ਵਿਰੁੱਧ ਬੇਹੱਦ ਵੇਸ਼ੈਲੀ ਮੁਹਿੰਮ ਆਰੰਭੀ। ਉਸ ਨੇ ਐਸੀ ਮੂਰਖ ਮਤ ਕੀਤੀ ਕਿ ਸਾਰੇ ਦੇਸ਼ ਵਿੱਚੋਂ ਗੁਰੂ ਜੀ ਦੀ ਬਾਣੀ ਦੇ ਗ੍ਰੰਥ ਪੋਥੀਆਂ ਲੱਭ ਕੇ ਅੱਗ ਦੀ ਭੇਟਾ ਕਰਾ ਦਿੱਤੇ। ਅਨੇਕ ਧਰਮਸ਼ਾਲਾਵਾਂ ਢਵਾ ਸੁੱਟੀਆਂ, ਤਲਾਬ ਮਿੱਟੀ ਨਾਲ ਪੂਰ ਦਿੱਤਾ। ਉਸ ਨੇ ਗਰਮੀ ਦੀ ਭੁੱਜਦੀ ਰੁੱਤ ਵਿੱਚ ਕਾਹਨੂੰਵਾਲ ਦੇ ਸ਼ੰਭ ਵਿੱਚ ਇਕੱਠੇ ਹੋਏ ਸਿੰਘਾਂ ਨੂੰ ਘੇਰੇ 'ਚ ਲੈ ਕੇ ਬਿਆਸ ਦੇ ਪੱਤਣ 'ਤੇ ਖਾਲਸੇ ਦੇ ਖੂਨ ਦੀਆਂ ਨਦੀਆਂ ਵਗਾ ਦਿੱਤੀਆਂ। ਇਤਿਹਾਸਕਾਰਾਂ ਦਾ ਮਾਨ ਹੈ ਕਿ ਇਸ ਖੂਨੀ ਮੁਹਿੰਮ ਦੌਰਾਨ ਕੋਈ 10,000 ਦੇ ਕਰੀਬ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਜੀ, ਜਿਹਨੂੰ ਆਪਾਂ ਛੋਟਾ ਘੱਲੂਘਾਰਾ ਕਹਿੰਦੇ, ਜਿਹਨੂੰ ਛੋਟਾ ਘੱਲੂਘਾਰਾ ਕਹਿੰਦੇ। ਆ ਲਾਸਟ ਵਨ ਮੁਹੰਮਦ ਲਤੀਫ ਲਿਖਦਾ ਹੈ ਕਿ ਮੀਰ ਮੰਨੂ ਨੇ ਸਖਤ ਫਰਮਾਨ ਜਾਰੀ ਕਰ ਦਿੱਤੇ ਸਨ ਕਿ ਜਿੱਥੇ ਵੀ ਕੋਈ ਸਿੱਖ ਨਜ਼ਰ ਪਵੇ ਉਸ ਦਾ ਮੂੰਹ ਸਿਰ ਮੁੰਨ ਦਿੱਤਾ ਜਾਵੇ। ਉਸ ਨੇ ਹਿੰਦੂ ਪਹਾੜੀ ਰਾਜਿਆਂ ਨੂੰ ਕਰੜੀਆਂ ਹਦਾਇਤਾਂ ਜਾਰੀ ਕੀਤੀਆਂ ਕਿ ਉਹ ਜਿੱਥੇ ਵੀ ਸਿੰਘਾਂ ਨੂੰ ਫੜਾ ਸਕਦੇ ਹੋਣ ਉਹਨਾਂ ਨੂੰ ਫੜਾ ਕੇ ਲਾਹੌਰ ਭੇਜੇ ਜਾਣ। ਔਰ ਹਿੰਦੂ ਰਾਜਿਆਂ ਨੇ ਸਿੱਖਾਂ ਨੂੰ ਧੋਖੇ ਨਾਲ ਸੱਦ ਕੇ ਉਹਨਾਂ ਦੇ ਸਿਰ ਕੱਟ ਕੇ ਉਹਨਾਂ ਦੀਆਂ ਕੀਮਤਾਂ ਵਸੂਲ ਕੀਤੀਆਂ ਔਰ ਨਖਾਸ ਚੌਂਕ 'ਚ ਜਾ ਕੇ ਉਹਨਾਂ ਨੂੰ ਕਤਲ ਕਰ ਦਿੱਤਾ ਜਾਂਦਾ। ਆਖਰੀ ਸੱਤ ਜੀ, ਉੱਚ ਜਾਤੀ ਹਿੰਦੂ ਵਰਗਾਂ ਦੀ ਇਹ ਸਿੱਖ ਦੁਸ਼ਮਣ ਮਨੋਬਿਰਤੀ ਵੱਡੇ ਘੱਲੂਘਾਰੇ ਫਰਵਰੀ 1762 ਦੌਰਾਨ ਕਰੂਪ ਸ਼ਕਲ ਵਿੱਚ ਪ੍ਰਗਟ ਹੋਈ। ਸਰਹੰਦ ਦੇ ਮੁਗਲ ਨਵਾਬ ਜੈਨ ਖਾਨ ਦੇ ਨਾਲ ਉਸ ਦੇ ਦੀਵਾਨ ਹਿੰਦੂ ਲక్ష్ਮੀ ਨਾਰਾਇਣ ਜਿਨ੍ਹਾਂ ਅਸੀਂ ਦੇਖੋ ਜਿਨ੍ਹਾਂ ਦੇ ਨਾਂ ਇਤਿਹਾਸ 'ਚ ਆਏ ਅਸੀਂ ਉਹਨਾਂ ਦਾ ਨਾਂ ਲੈ ਰਹੇ ਹਾਂ। ਇੱਥੇ ਹਰ ਵਿਅਕਤੀਗਤ ਹਿੰਦੂ ਦੀ ਗੱਲ ਨਹੀਂ ਹੈ ਜੀ। ਉਸ ਨੇ ਹਿੰਦੂ ਦੀਵਾਨ ਲక్ష్ਮੀ ਨਾਰਾਇਣ ਨੂੰ ਵੀ ਸਿੰਘਾਂ ਦੇ ਇਸ ਵਹਿਸ਼ੀਆਨਾ ਕਤਲੇਆਮ ਵਿੱਚ ਉੱਭਰਵਾਂ ਰੋਲ ਨਿਭਾਇਆ।
ਕਾਬਲੀ ਮਲ ਦਾ ਇੱਕ ਹੋਰ ਹਿੰਦੂ ਵਪਾਰੀ ਜਿਸ ਨੇ ਖੂਨੀ ਕਾਰੇ ਵਿੱਚ ਅਬਦਾਲੀ ਦੀ ਬੜੀ ਭਾਰੀ ਮਦਦ ਕੀਤੀ। ਇਸ ਦੇ ਇਵਜ਼ ਵਿੱਚ ਅਬਦਾਲੀ ਨੇ ਉਸ ਹਿੰਦੂ ਕਾਬਲੀ ਮਲ ਨੂੰ ਲਾਹੌਰ ਦਾ ਗਵਰਨਰ ਥਾਪ ਦਿੱਤਾ। ਜੀ ਹੈ ਹੋਰ ਬਹੁਤ ਕੁਛ। ਸਾਡੇ ਕਹਿਣ ਤੋਂ ਮਤਲਬ ਇਹ ਆ ਕਿ ਇਹ ਜਿਹੜਾ ਹਿੰਦੂ ਤਵੀਆਂ ਨੇ ਸਿੱਖ ਸੰਘਰਸ਼ ਦਾ, ਬੰਦਾ ਸਿੰਘ ਬਹਾਦਰ ਦਾ, ਔਰ ਉਸ ਬੰਦਾ ਸਿੰਘ ਬਹਾਦਰ ਦਾ ਜਿਹਨੇ 1000 ਸਾਲ ਬਾਅਦ ਮੁਗਲਿਆ ਹਕੂਮਤ ਨੂੰ ਹਰਾ ਕੇ ਉੱਥੇ ਦਰਬਾਰੇ ਖਾਲਸਾਈ ਦੇ ਨਾਲ ਆਪਣਾ ਰਾਜ ਸਥਾਪਿਤ ਕੀਤਾ। ਜੀ ਔਰ ਦੂਜੀ ਖਾਸ ਗੱਲ ਜਿਹੜੀ ਇਹ ਹੁਣ ਇਹ ਗੱਲ ਸ਼ਿਵਾਜੀ ਦੀ ਜਾਂ ਮਹਾਰਾਣਾ ਪ੍ਰਤਾਪ ਦੀ ਕਰਦੇ ਆ, ਸ਼ਿਵਾਜੀ ਮਰਹੱਟਾ ਛੋਟੇ ਜਿਹੇ ਰਾਜ ਲਈ ਤਿਲਕ ਲਵਾਉਣ ਲਈ ਵੀ ਬਾਹਮਣਾਂ ਦੀਆਂ ਮਿੰਨਤਾਂ ਕਰਦਾ, ਤੇ ਬੰਦਾ ਸਿੰਘ ਬਹਾਦਰ ਨੇ ਆਪਣੇ ਨਾਂ ਕੁਛ ਬਣਾਇਆ ਹੀ ਨਹੀਂ। ਜੀ ਉਹ ਜੇ ਮੋਹਰ ਬਣਾਉਂਦਾ ਉਹ ਵੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੇ ਨਾਂ ਦੀ, ਜੇ ਉਹ ਸਿੱਕਾ ਬਣਾਉਂਦਾ ਤਾਂ ਉਹ ਵੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੇ ਨਾਂ ਦਾ। ਜੀ ਗੱਲ ਤੁਹਾਡੀ ਸਮਝ ਆਈ ਨਾ? ਬਿਲਕੁਲ ਬਿਲਕੁਲ। ਇਸ ਕਰਕੇ ਇਹ ਕੋਈ ਵੀ ਵਿਧ ਨਹੀਂ ਬਣਦੀ। ਜੇ ਸਮਾਂ ਹੋਵੇ ਤਾਂ ਆਪਾਂ ਉਹਨਾਂ ਨੂੰ ਗਾਂਹ ਵੀ ਤੁਰੇ ਚੱਲਦੇ ਹਾਂ। ਬਿਲਕੁਲ ਖਹਿਰਾ ਸਾਹਿਬ, ਤੇ ਹੁਣ ਇੱਕ ਵੇਲਾ ਹੋ ਗਿਆ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦਾ। ਗੱਲਬਾਤ ਆਪਾਂ ਅੱਜ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਹਿੰਦੂ ਤਵੀਆਂ ਵੱਲੋਂ ਜਿਹੜਾ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਿਹੜਾ ਇਤਿਹਾਸ ਹੈ ਉਸ ਨੂੰ ਪੂਰੀ ਤਰ੍ਹਾਂ ਨਾਲ ਜਿਹੜਾ ਹੈ ਵਿਗਾੜਿਆ ਜਾ ਰਿਹਾ ਹੈ, ਔਰ ਉਸ ਦੇ ਉੱਤੇ ਜਿਹੜੀ ਹੈ ਗੱਲਬਾਤ ਆਪਾਂ ਕਰ ਰਹੇ ਹਾਂ, ਉਸ ਦੇ ਉੱਤੇ ਤੱਥਾਂ ਦੇ ਆਧਾਰ ਤੇ ਗੱਲਬਾਤ ਕਰ ਰਹੇ ਹਾਂ। ਇੱਥੇ ਸਾਡੇ ਪ੍ਰੋਗਰਾਮ ਦਾ ਮਕਸਦ ਕਿਸੇ ਦਾ ਦਿਲ ਦਿਖਾਉਣਾ ਨਹੀਂ ਹੈ, ਪਰ ਜੇ ਅਸੀਂ ਜਵਾਬ ਨਹੀਂ ਦਿੰਦੇ ਵੀ ਸਾਨੂੰ ਸਾਡੇ ਗੁਰੂ ਨੇ ਨਹੀਂ ਸਿਖਾਇਆ। ਤੇ ਮਿਲਦੇ ਹਾਂ ਆਪਾਂ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਹਾਂਜੀ, ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਜੀ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ, ਪ੍ਰੋਗਰਾਮ ਚੱਲ ਰਿਹਾ ਸਿੱਖੀ ਦੀ ਦਾਸਤਾਨ, ਤੇ ਗੱਲਬਾਤ ਆਪਾਂ ਕਰ ਰਹੇ ਹਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਵਿਗਾੜਿਆ ਜਾ ਰਿਹਾ ਹੈ। ਇਹ ਕਿਤਾਬ ਹੈ ਜੀ, ਕਿਤਾਬ ਦਾ ਨਾਮ ਹੈ ਵੀਰ ਬੰਦਾ ਬੈਰਾਗੀ। ਇਹਦੇ ਲੇਖਕ ਨੇ ਨਵੀਨ ਜੈਨ ਤੇ ਪਬਲਿਸ਼ਰ ਹੈਗਾ ਜੀ ਹਿੰਦੀ ਸਾਹਿਤਿਆ ਸਦਨ। ਤੇ ਅਸੀਂ ਇਹਨਾਂ ਨੂੰ ਚੈਲੰਜ ਵੀ ਕਰ ਚੁੱਕੇ ਹਾਂ, ਅਸੀਂ ਇਹਨਾਂ ਨੂੰ ਦੱਸ ਵੀ ਚੁੱਕੇ ਹਾਂ ਕਿ ਤੁਸੀਂ ਤੱਥਾਂ ਦੇ ਆਧਾਰ ਨਾਲ ਸਾਡੇ ਨਾਲ ਕਿਤੇ ਵੀ ਆ ਕੇ ਗੱਲਬਾਤ ਕਰੋ। ਔਰ ਬੜੀ ਹਾਸੋਹੀਣੀ ਜੀ ਗੱਲ ਹੁੰਦੀ ਹੈ ਕਿ ਜੇ ਕਿਸੇ ਸਿੱਖ ਰਾਈਟਰ ਨੇ ਕੋਈ ਕਿਤਾਬ ਲਿਖਣੀ ਹੋਵੇ ਤੇ ਉਹਨੂੰ ਸਾਰੇ ਤੱਥ ਦੇਣੇ ਪੈਂਦੇ ਨੇ, ਭਾਵੇਂ ਕਿ ਪੰਜਾਬ ਦੇ ਵਿੱਚ ਹੋਵੇ, ਭਾਰਤ ਦੇ ਵਿੱਚ ਹੋਵੇ ਜਾਂ ਕਿਤੇ ਵੀ ਹੋਵੇ, ਤੇ ਉਹ ਸਾਰੇ ਜਿਹੜੇ ਤੱਥ ਨੇ ਉਹ ਚੈੱਕ ਕੀਤੇ ਜਾਂਦੇ ਨੇ। ਉਸ ਤੋਂ ਬਾਅਦ ਜਿਹੜੀ ਸਿੱਖ ਲੇਖਕ ਦੀ ਜਿਹੜੀ ਕਿਤਾਬ ਹੈ ਉਹ ਛਪਦੀ ਹੈ। ਪਰ ਦੂਸਰੇ ਬੰਨੇ ਜੇ ਆਪਾਂ ਗੱਲਬਾਤ ਕਰੀਏ ਕਿ ਇਹੋ ਜਿਹੀਆਂ ਕਿਤਾਬਾਂ ਜਿਹੜੀਆਂ ਛਾਪੀਆਂ ਜਾਂਦੀਆਂ ਨੇ ਉਹਨਾਂ ਦੇ ਵਿੱਚ ਕੋਈ ਤੱਥ ਨਹੀਂ ਹੁੰਦਾ, ਕੋਈ ਰੈਫਰੈਂਸਿਸ ਨਹੀਂ ਹੁੰਦੇ। ਔਰ ਜਿਹੜੀ ਆਪਾਂ ਕਹੀਏ ਕਿ ਰਾਈਟਰ ਨੂੰ, ਇਸ ਰਾਈਟਰ ਦਾ ਨਾਮ ਹੈ ਨਵੀਨ ਜੈਨ, ਇਹੋ ਜਿਹੇ ਰਾਈਟਰਸ ਨੂੰ ਕੋਈ ਆਪਾਂ ਕਹੀਏ ਕਿ ਇਤਿਹਾਸ ਦੀ ਇੰਨੀ ਜ਼ਿਆਦਾ ਕੋਈ ਜਾਣਕਾਰੀ ਵੀ ਲੱਗਦਾ ਹੈ ਨਹੀਂ ਹੁੰਦੀ, ਕਿਉਂਕਿ ਜਦੋਂ ਆਪਾਂ ਕਿਤਾਬਾਂ ਪੜ੍ਹਦੇ ਹਾਂ ਇਸ ਦੇ ਵਿੱਚ ਅਸੀਂ ਤੁਹਾਨੂੰ ਕਿਤਾਬ ਦੇ ਵਿੱਚ ਜੋ ਹੈ ਉਹ ਪੜ੍ਹ ਕੇ ਤੁਹਾਨੂੰ ਸੁਣਾਉਂਦੇ ਹਾਂ। ਇਸ ਤੋਂ ਬਾਅਦ ਤੁਹਾਨੂੰ ਹੋਰ ਜ਼ਿਆਦਾ ਇਸ 'ਤੇ ਕਲੀਅਰ ਹੋ ਜਾਏਗਾ। इधर वैरागी की बढ़ती हुई ताकत ने औरंगजेब को बेहद चिंतित कर दिया। उधर दक्षिण के राज्यों में जो बगावत हो रही थी उसके लिए भी उसे वहाँ सेना भेजनी पड़ी। बीजापुर और गोलकुंडा की रियासतों के साथ युद्ध करने में उसका बड़ा समय व्यर्थ गया। इतनी बात ज़रूरत थी कि इनको पराजित कर देने के बाद उसके राज्य की सीमा पूरे भारत पर हो गई। लेकिन कुछ ही दिनों में औरंगजेब की मृत्यु हो गई। जिस समय बहादुर शाह ने दिल्ली की गद्दी संभाली उस समय उसे बड़ी कठिनाइयों का सामना करना पड़ा। इस दे विच दस रहा कि बंदा बैरागी ਦੀਆਂ ਜਿਹੜੀਆਂ ਐਕਟੀਵਿਟੀਜ਼ ਨੇ ਉਸ ਦੇ ਨਾਲ ਜਿਹੜਾ ਹੈਗਾ ਔਰੰਗਜ਼ੇਬ ਕਾਫੀ ਤੰਗ ਪਰੇਸ਼ਾਨ ਆਇਆ ਹੋਇਆ ਸੀ। ਔਰ ਬੜੀ ਹਾਸੋਹੀਣੀ ਜੀ ਗੱਲ ਤਾਂ ਕਰਕੇ ਲੱਗਦੀ ਹੈ ਕਿ ਜਿਹੜਾ ਔਰੰਗਜ਼ੇਬ ਹੈ ਉਹ ਗੁਰੂ ਸਾਹਿਬ ਦੇ ਟਾਈਮ ਤੇ ਹੀ ਜਿਹੜਾ ਹੈ ਜਦੋਂ ਸ਼ਿਕਸਤਨਾਮਾ ਲਿਖ ਕੇ ਔਰੰਗਜ਼ੇਬ ਦੀ ਜਿਹੜੀ ਮ੍ਰਿਤੂ ਹੈ ਉਹ ਮਰ ਜਾਂਦਾ ਹੈ, ਤੇ ਉਸ ਤੋਂ ਬਾਅਦ ਗੁਰੂ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਭੇਜਦੇ ਨੇ। ਔਰ ਜਿਹੜੀਆਂ ਇਹ ਗੱਲਾਂ ਕਰ ਰਿਹਾ ਤਕਰੀਬਨ 1710 1712 ਦੀਆਂ ਕਰ ਰਿਹਾ, ਜਦ ਕਿ ਔਰੰਗਜ਼ੇਬ ਦੀ ਜਿਹੜੀ ਮੌਤ ਹੈ ਉਹ ਇਸ ਤੋਂ ਤਕਰੀਬਨ 7-8 ਸਾਲ ਪਹਿਲਾਂ ਹੋ ਚੁੱਕੀ ਹੈ। ਤੇ ਇਸ ਤੋਂ ਇਹ ਵੀ ਪ੍ਰਤੀਤ ਹੁੰਦਾ ਕਿ ਇਸ ਨੇ ਜੋ ਲਿਖਿਆ ਹੈ ਉਹ ਆਪਣੇ ਵੱਲੋਂ ਜਿੱਦਾਂ ਕਹਾਣੀਆਂ ਬਣਾ ਕੇ ਆਪਾਂ ਲਿਖਦੇ ਹਾਂ ਉਸੇ ਤਰੀਕੇ ਦੇ ਨਾਲ ਹੀ ਲਿਖਿਆ ਹੈ। ਕੀ ਕਹੋਗੇ ਖਹਿਰਾ ਸਾਹਿਬ ਇਸ ਦੀ ਇਸ ਹਰਕਤ ਬਾਰੇ? ਦੇਖੋ ਜਗਜੀਤ ਸਿੰਘ ਜੀ, ਕਰੀਬ ਤੁਸੀਂ ਦੱਸ ਹੀ ਦਿੱਤਾ ਕਿ ਇਹ ਲਿਖਣ ਵਾਲੇ ਨੂੰ ਪੁੱਛੇ ਕਿ ਔਰੰਗਜ਼ੇਬ ਜਿਹੜਾ ਉਹ 1707 ਈਸਵੀ ਨੂੰ ਮਰ ਜਾਂਦਾ ਜੀ। ਔਰ ਇਹਦੇ ਮੈਂ ਨਾਲ ਬਾਬਰਕਿਆਂ ਦੀ ਗੱਲ ਜੋੜਾਂ ਜਿੱਥੋਂ 1526 ਤੋਂ ਸ਼ੁਰੂ ਕਰਦਾ ਜੀ। ਬਾਬੇ ਕੇ ਦਾ ਵਾਰਸ 10ਵਾਂ ਨਾਨਕ ਗੁਰੂ ਗੋਬਿੰਦ ਸਿੰਘ ਜੀ, ਜਿਹੜੇ ਜਫਰਨਾਮਾ ਲਿਖ ਕੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇ ਕੇ ਜੋਤੀ ਜੋਤ ਸਮਾਉਂਦੇ ਆ। ਤੇ ਬਾਬਰ ਕੇ ਦਾ ਆਖਰੀ ਵਾਰਸ ਜਿਹੜਾ ਔਰੰਗਜ਼ੇਬ ਹੈ ਉਹ ਸ਼ਿਕਸਤਨਾਮਾ ਲਿਖ ਕੇ 1707 ਨੂੰ ਇਸ ਦੁਨੀਆ ਤੋਂ ਤੁਰ ਜਾਂਦਾ ਜੀ। ਔਰ ਬੰਦਾ ਸਿੰਘ ਬਹਾਦਰ ਨੂੰ ਅਮਰ ਛਕਾਇਆ ਜਾਂਦਾ 1708 ਈਸਵੀ ਜੀ।
ਸਮਝਦੇ ਨਾ ਗੱਲ। ਜੀ ਜੀ। ਇਹ ਸਾਰੇ ਤੱਥ ਜਿਹੜੇ ਬਿਨਾਂ ਸੋਚੇ ਸਮਝੇ ਇੱਕ ਬੱਚਿਆਂ ਵਾਲੀਆਂ ਕਹਾਣੀਆਂ ਬਣਾ ਕੇ ਲਿਖ ਦੇਣੀਆਂ। ਔਰੰਗਜ਼ੇਬ ਨੂੰ ਵੀ ਉਹਨੇ ਨਾਲ ਹੀ ਰਲਾਤਾ, ਜਦ ਕਿ ਉਸ ਟਾਈਮ ਤੇ ਨਹੀਂ, ਉਹ ਜਾਣੀ ਇਹ ਹੁਣ ਇਦਾਂ ਕਰ ਰਹੇ ਨਾ ਵੀ ਇਹਨਾਂ ਨੂੰ ਸਾਨੂੰ ਕਿਹੜਾ ਕੋਈ ਮੋਹਰੇ ਪੁੱਛਦਾ। ਹੁਣ ਇਹਨਾਂ ਨੇ ਜਦ ਸਾਡੇ ਆਪਣਿਆਂ ਨੇ ਜਿਹੜਾ ਐਡਾ ਵੇਸਲਾਪੁਣਾ ਦਿਖਾ ਦਿੱਤਾ ਜੀ। ਦੇਖੋ ਜਗਜੀਤ ਸਿੰਘ ਜੀ, ਚਾਹੀਦਾ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਜਿੱਥੇ ਧਰਮ ਪ੍ਰਚਾਰ ਕਮੇਟੀ ਇੱਕ ਵਿੰਗ ਬਣਾਉਣਾ ਚਾਹੀਦਾ ਜੀ। ਉਹ ਵਿੰਗ ਇਹੋ ਜਿਹੀਆਂ ਜੋ ਊਟ ਪਟਾਂਗ ਕਿਤਾਬਾਂ ਸਿੱਖ ਧਰਮ ਸਿੱਖ ਇਤਿਹਾਸ ਬਾਰੇ ਲਿਖਾਈਆਂ ਜਾ ਰਹੀਆਂ ਉਹਨਾਂ ਨੂੰ ਕੋਰਟ 'ਚ ਘੜੀਸਣ ਜੀ। ਇਹ ਉਹਨਾਂ ਦੀ ਡਿਊਟੀ ਬਣਦੀ ਹੈ। ਜੇ ਐਸਾ ਨਾ ਕੀਤਾ ਗਿਆ ਤੇ ਇਹ ਸਾਡਾ ਸਾਰਾ ਸਿੱਖ ਇਤਿਹਾਸ ਜਿਹੜਾ ਭਾਈ ਉਹ ਆਪਣੇ ਢੰਗ ਨਾਲ ਲਿਖਾ ਲੈਣਗੇ ਜੀ। ਮੈਂ ਫੇਰ ਬੇਨਤੀ ਕਰਾਂ, ਇਹ ਤਾਂ ਬੇਨਤੀ ਕਰ ਸਕਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਵਿੰਗ ਐਸਾ ਬਣਾਉਣਾ ਚਾਹੀਦਾ ਕਿ ਸਾਡਾ ਜਿਹੜਾ ਇਤਿਹਾਸ ਬਦਲਿਆ ਜਾ ਰਿਹਾ ਭਾਈ, ਉਹਦੇ 'ਤੇ ਜਿਹੜੇ ਬੰਦੇ ਇੱਦਾਂ ਬਿਨਾਂ ਤੱਥਾਂ ਤੋਂ ਜੋ ਮਰਜ਼ੀ ਛਪਾਉਂਦੇ ਆ ਉਹਨਾਂ ਨੂੰ ਅਦਾਲਤਾਂ 'ਚ ਘਸੀਟਿਆ ਜਾਵੇ ਤਾਂ ਕਿ ਅਗਲੇ ਨੂੰ ਪਤਾ ਲੱਗ ਸਕੇ ਵੀ ਇਹ ਇਤਿਹਾਸ ਇੱਦਾਂ ਇਹ ਨਹੀਂ ਲਿਖਾਇਆ ਜਾ ਸਕਦਾ ਜੀ। ਹੁਣ ਆਪਾਂ ਖੈਰ ਟਾਈਮ ਥੋੜ੍ਹਾ ਰਹਿ ਗਿਆ ਜੀ। ਹੁਣ ਜਗਜੀਤ ਸਿੰਘ ਜੀ, ਟਾਈਮ ਤਾਂ ਵੈਸੇ ਬਹੁਤ ਲੰਮਾ। ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਕੀ ਹੁੰਦਾ ਕਿ ਜਿਹੜਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਜਿਹੜੀ ਹੈ ਉਹ 1716  'ਚ ਹੋ ਜਾਂਦੀ ਹੈ ਜੀ। ਆਪਾਂ ਕਈ ਵਾਰੀ ਸੁਣਾਇਆ 1726 ਤੱਕ ਚੁੱਪ ਚਪਾਂਤ ਰਹੀ। 1726 ਨੂੰ ਤਾਰਾ ਸਿੰਘ ਵਾਂ ਦੀ ਸ਼ਹਾਦਤ ਹੁੰਦੀ ਆ। ਉਦੋਂ ਬਾਅਦ ਖਾਲਸਾ ਮੁੜ ਕੇ ਫੇਰ ਸੰਘਰਸ਼ 'ਚ ਸਰਗਰਮ ਹੁੰਦਾ। 1733 ਜੇ ਨਵਾਬ ਕਪੂਰ ਸਿੰਘ ਨੂੰ ਆਗੂ ਮੰਨ ਲਿਆ ਜਾਂਦਾ, ਪਰ ਇਹਨਾਂ ਨੇ ਮੁਗਲਿਆ ਹਕੂਮਤ ਨੂੰ ਵਕਤ ਪਾਇਆ। ਹੁਣ ਜਿਹੜਾ 17ਵੀਂ 18ਵੀਂ ਸਦੀ ਦਾ ਇਤਿਹਾਸ ਹੈ ਜਗਜੀਤ ਸਿੰਘ ਜੀ, ਅਸੀਂ ਸਿਰਫ ਇੱਕ ਘਟਨਾਵਾਂ ਦੱਸ ਕੇ ਕਿ ਖੋਪੜੀ ਲੱਥੀ ਜੀ, ਬੰਦ ਕੱਟੇ, ਪਰ ਕਿਉਂ ਲੱਥੀ? ਭਾਈ ਤਾਰੂ ਸਿੰਘ ਜਿਹੜਾ ਉਸ ਵੇਲੇ ਦੇ ਜਿਹੜੇ ਪੰਜਾਬ ਨੂੰ ਆਜ਼ਾਦ ਕਰਾਉਣ ਲਈ ਮਰਜੀਵੜੇ ਸਿੱਖ ਸੀ, ਉਹਨਾਂ ਨੂੰ ਜੰਗਲਾਂ 'ਚ ਰੋਟੀ ਪਾਣੀ ਪਹੁੰਚਾਉਂਦਾ ਸੀ, ਇਹ ਉਹਦਾ ਕਸੂਰ ਸੀ। ਪਰ ਚਲੋ ਮੈਂ ਇੱਥੇ ਆਉਣਾ, 17ਵੀਂ 18ਵੀਂ ਸਦੀ ਦਾ ਮੁਗਲ ਸਮਰਾਜ ਨਾਲ ਸਿੱਖ ਧਰਮ ਤੇ ਸਿੱਖ ਪੰਥ ਦਾ ਸੰਘਰਸ਼ ਐਵੇਂ ਓਪਰੀ ਤੇ ਇਤਫਾਕੀਆ ਘਟਨਾ ਨਹੀਂ ਸੀ, ਸਗੋਂ ਬੁਨਿਆਦੀ ਆਤਮਿਕ ਤੇ ਸਮਾਜਿਕ ਸਿਧਾਂਤਾਂ ਦਾ ਘੋਰ ਸੰਘਰਸ਼ ਅਤੇ ਇਤਿਹਾਸਕ ਭੇੜ ਸੀ। 18ਵੀਂ ਸਦੀ ਵਿੱਚ ਜਦੋਂ ਅਫਗਾਨ ਪਹਿਲਾਂ ਮੁਗਲਾਂ ਨੂੰ ਤੇ ਫਿਰ ਪਾਣੀਪਤ ਦੇ ਮੈਦਾਨ ਵਿੱਚ ਮਰਹੱਟਿਆਂ ਨੂੰ ਮੁਕੰਮਲ ਤੇ ਕਰਾਰੀ ਹਾਰ ਦੇ ਚੁੱਕੇ ਸਨ, ਤਾਂ ਉਸ ਸਮੇਂ ਸਿੱਖ ਕੌਮ ਤੇ ਸਿਰਫ ਸਿੱਖ ਕੌਮ, ਉਹਨਾਂ ਦੇ ਰਾਹ ਵਿੱਚ ਇੱਕੋ ਇੱਕ ਅਜਿਹਾ ਡਿੱਕਾ ਬਾਕੀ ਰਹਿ ਗਿਆ ਜਿਸ ਨੇ ਅਫਗਾਨਾਂ ਨੂੰ ਟੱਕਰ ਦਿੱਤੀ। ਹੁਣ ਇੱਥੇ ਮੈਂ ਨੋਟ ਕਰਾਂ, ਇਹ ਇਹਨਾਂ ਦਾ ਇਤਿਹਾਸਕਾਰ ਕਹਿੰਦਾ ਜੀ। 17ਵੀਂ 18ਵੀਂ ਸਦੀ ਦੇ ਸਿੱਖਾਂ ਦੇ ਇਤਿਹਾਸ ਬਾਰੇ ਇਹਨਾਂ ਦਾ ਹਿੰਦੂ ਇਤਿਹਾਸਕਾਰ ਕੀ ਕਹਿੰਦਾ ਹੈ। ਅੱਜ ਇੰਦੂ ਭੂਸ਼ਣ ਬੈਨਰਜੀ ਵਰਗਾ ਇਤਿਹਾਸਕਾਰ ਵੀ ਇਸ ਹਕੀਕਤ ਦੀ ਪੁਸ਼ਟੀ ਕਰਦਾ ਹੈ ਕਿ ਜੇ ਇਹ ਅਸੀਂ ਨਹੀਂ ਕਹਿ ਰਹੇ, ਉਹਦੀ ਕਿਤਾਬ ਪੜ੍ਹ ਕੇ ਦੇਖ ਲੈਣ, ਜੇ ਉਸ ਵੇਲੇ ਸਿੱਖ ਕੌਮ ਬੇਮਿਸਾਲ ਕੁਰਬਾਨੀਆਂ ਦੁਆਰਾ ਅਹਿਮਦ ਸ਼ਾਹ ਦਰਾਨੀ ਤੇ ਉਸ ਦੇ ਉੱਤਰਾਧਿਕਾਰੀਆਂ ਦਾ ਡਟ ਕੇ ਵਿਰੋਧ ਨਾ ਕਰਦੀ, ਤਾਂ ਜਮਨਾ ਤੱਕ ਦਾ ਇਲਾਕਾ ਭਾਰਤ ਤੋਂ ਹਮੇਸ਼ਾ ਲਈ ਖੁੱਸ ਕੇ ਅਫਗਾਨਿਸਤਾਨ ਦਾ ਹਿੱਸਾ ਬਣ ਜਾਣਾ ਸੀ। ਇਸ ਪ੍ਰਕਾਰ ਸਿੱਖ ਕੌਮ ਨੇ ਉਸ ਨਾਜ਼ੁਕ ਸਮੇਂ ਹਿੰਦੁਸਤਾਨ ਦੀ ਜਗਰਾਫੀ ਇਕਾਈ ਨੂੰ ਕਾਇਮ ਰੱਖਿਆ, ਭਾਵੇਂ ਸਿੱਖ ਕੌਮ ਨੂੰ ਇਹਦੀ ਬਹੁਤ ਵੱਡੀ ਜਾਨੀ ਤੇ ਮਾਲੀ ਕੀਮਤ ਚੁਕਾਉਣੀ ਪਈ। ਇਹ ਇਤਿਹਾਸ ਜੀ ਜੀ ਜੀ, ਗੱਲ ਸਮਝ ਆਈ? ਇਹ ਜਿਸ ਬੰਦਾ ਕਿਤਾਬ ਲਿਖਦਾ ਉਹਨੂੰ ਚਾਹੀਦਾ ਇਹ ਪੜ੍ਹ ਲਵੇ। ਹੁਣ ਜਿਹੜੀ ਆਖਰੀ ਜਗਜੀਤ ਸਿੰਘ ਜੀ ਆਪਾਂ ਬੇਨਤੀ ਕਰਨੀ ਹੈ ਜੀ, ਟਾਈਮ ਬਹੁਤ ਥੋੜ੍ਹਾ। ਦੇਖੋ ਉਸ ਵੇਲੇ ਜਦੋਂ ਇਹ ਜਿਹੜੇ ਸਿੱਖ ਹੈ ਜਾਂ ਕਲਗੀਧਰ ਦੇ ਲਾਲੜੇ ਆ, ਇਹ ਅਹਿਮਦ ਸ਼ਾਹ ਅਬਦਾਲੀ ਨਾਲ ਟੱਕਰ ਲੈ ਰਹੇ ਸੀ, ਜਿਹਦਾ ਜੇਕਰ ਅਸੀਂ ਪੜ੍ਹ ਕੇ ਆਏ ਹਾਂ। ਹੁਣ ਉਸ ਵੇਲੇ ਜਿਹੜੇ ਇਹਨਾਂ ਦੇ ਹੁਣ ਸੂਰਜਵੰਸ਼ੀਏ ਤੇ ਚੰਦਰਵੰਸ਼ੀਏ ਤੇ ਸਾਡੀ ਸੰਸਕ੍ਰਿਤੀ, ਇਹ ਲੋਕ ਕੀ ਕਰਦੇ ਸੀ, ਇਹ ਵੀ ਇਤਿਹਾਸ 'ਚ ਸਾਨੂੰ ਲਿਖਿਆ ਮਿਲਦਾ ਜੀ। ਉਹ ਕਹਿੰਦਾ ਛੋਟੇ ਘੱਲੂਘਾਰੇ ਤੋਂ ਬਾਹਰ ਸਿੱਖਾਂ ਦੀ ਤਾਕਤ ਜਦੋਂ ਵੱਧਦੀ ਗਈ, ਤਾਂ ਇਹ ਉਹ ਸਮਾਂ ਸੀ ਜਦੋਂ ਮੁਗਲ ਸੰਘਰਸ਼ ਤੋਂ ਬਾਹਰ ਹੋ ਗਏ, ਤੇ ਉਸ ਵੇਲੇ ਸਾਰਾ ਭਾਰਤ ਅਹਿਮਦ ਸ਼ਾਹ ਅਬਦਾਲੀ ਦੇ ਡਰ ਨਾਲ ਥਰ-ਥਰ ਕੰਬਦਾ ਸੀ। 1761 ਨੂੰ ਪਾਣੀਪਤ ਦੀ ਲੜਾਈ ਵਿੱਚ ਮਰਹੱਟੇ ਵੀ ਅਬਦਾਲੀ ਇੱਥੋਂ ਬੁਰੀ ਤਰ੍ਹਾਂ ਹਾਰ ਚੁੱਕੇ ਸੀ।
ਉਸ ਵੇਲੇ ਪੰਜਾਬ ਦੇ ਮੁੱਠੀ ਭਰ ਸਿੰਘ ਸੂਰਮੇ ਕਲਗੀਧਰ ਦੇ ਲਾਡਲੇ ਅਹਿਮਦ ਸ਼ਾਹ ਅਬਦਾਲੀ ਨੂੰ ਟਿੱਚ ਸਮਝਦੇ ਸੀ। ਉਦੋਂ ਦੂਜੇ ਪਾਸੇ ਸੂਰਜ ਤੇ ਚੰਦ ਨਾਲ ਰਿਸ਼ਤੇ ਗੰਢ ਕੇ ਸੂਰਜਵੰਸ਼ੀ ਤੇ ਚੰਦਰਵੰਸ਼ੀ ਕਹਾਉਣ ਵਾਲੇ ਹਿੰਦੂ, ਰਾਜਪੂਤ, ਮਰਹੱਟੇ, ਡੋਗਰੇ ਆਦਿ ਉੱਚੀਆਂ ਸ਼੍ਰੇਣਾਂ ਵਾਲੇ ਮੁਰਦਿਆਂ ਵਾਂਗ ਮੂੰਹ ਮੂੰਹ ਪਏ ਸੀ ਅਤੇ ਅਹਿਮਦ ਸ਼ਾਹ ਅਬਦਾਲੀ ਤੋਂ ਡਰਦੇ ਕੁਸਕਦੇ ਨਹੀਂ ਸੀ। ਪਰ ਜਦੋਂ ਅਬਦਾਲੀ ਇਹਨਾਂ ਦੀਆਂ ਕੁੜੀਆਂ ਨੂੰ ਲਿਜਾ ਕੇ ਗਜਨੀ ਦੇ ਬਾਜ਼ਾਰਾਂ ਵਿੱਚ ਟਕੇ ਨੂੰ ਵੇਚਦਾ ਸੀ ਤੇ ਇਹ ਉਦੋਂ ਸੂਰਜਵੰਸ਼ੀਏ, ਚੰਦਰਵੰਸ਼ੀਏ, ਮੰਨੂ ਵੱਧਗੇ ਅਹਿਮਦ ਸ਼ਾਹ ਅਬਦਾਲੀ ਕੋਲੋਂ ਕੁੜੀਆਂ ਛਡਾਉਣ ਦੀ ਬਜਾਏ ਇਹ ਕਹਿੰਦੇ ਸੀ ਕਿ ਕੁੜੀਆਂ ਜਾਂਦੀਆਂ ਤੇ ਜਾਣ, ਇਹ ਤਾਂ ਪਰਾਇਆ ਧਨ ਹੈ, ਇਹਨਾਂ ਨੇ ਤੇ ਜਾਣਾ ਹੀ ਆ, ਅਸੀਂ ਅਹਿਮਦ ਸ਼ਾਹ ਅਬਦਾਲੀ ਨਾਲ ਦੁਸ਼ਮਣੀ ਮੁੱਲ ਕਿਉਂ ਲਈਏ ਜਦੋਂ ਸਿੱਖਾਂ ਨੇ ਦੁਸ਼ਮਣੀ ਮੁੱਲ ਲਈ। ਸਿੱਖਾਂ ਨੇ ਹੀ ਦੇਖੋ, ਹੁਣ ਟਾਈਮ ਥੋੜ੍ਹਾ ਆਪਾਂ ਇਹਨੂੰ ਨਿਬੇੜੀਏ ਜੀ। ਉਦੋਂ ਬਾਅਦ ਸਿੱਖ ਰਾਜ ਆਇਆ। ਸ਼ੇਰੇ ਪੰਜਾਬ ਰਣਜੀਤ ਸਿੰਘ ਨੇ 4 ਦੇਸ਼ਾਂ ਦੀਆਂ ਹੱਦਾਂ ਦਾ ਪੁਨਰ ਗਠਨ ਕਰਕੇ ਨਵਾਂ ਇਤਿਹਾਸ ਸਿਰਜਿਆ ਜੀ। ਇਹ ਤਾਂ ਇਤਿਹਾਸ ਨੂੰ ਨਹੀਂ ਨਾ ਲੁਕੋ ਸਕਦੇ। 4 ਦੇਸ਼ਾਂ ਦੀਆਂ ਹੱਦਾਂ ਦਾ ਪੁਨਰ ਗਠਨ ਕਰਕੇ ਨਵਾਂ ਇਤਿਹਾਸ ਸਿਰਜਿਆ ਜੀ। ਤਿੱਬਤ ਤੋਂ ਲੈ ਕੇ ਸਿੰਧ, ਸਤਲੁਜ ਤੋਂ ਲੈ ਕੇ ਪਿਸ਼ਾਵਰ ਤੱਕ ਸਿੱਖ ਰਾਜ ਜਿਹੜਾ ਉਹ ਸਥਾਪਿਤ ਹੋਇਆ। ਹੁਣ ਇਸ ਸਿੱਖ ਰਾਜ ਨੂੰ ਨੇਸ ਤੋਂ ਬਰੂਦ ਕਰਨ ਲਈ ਵੀ ਬ੍ਰਾਹਮਣ ਦਾ ਕੀ ਰੋਲ ਆ ਜੀ। ਸਰਦਾਰ ਰਣਜੀਤ ਸਿੰਘ ਨੇ, ਸ਼ੇਰੇ ਪੰਜਾਬ ਨੇ ਜਦੋਂ ਸਾਰੀਆਂ ਮਿਸਲਾਂ ਨੂੰ ਇਕੱਠੇ ਕਰਕੇ ਪ੍ਰੋਪਰ ਸਿੱਖ ਰਾਜ ਦਾ ਜਿਹੜਾ ਸਥਾਪਨਾ ਕਰ ਲਈ, ਇਹਨਾਂ ਨੇ ਜਗਜੀਤ ਸਿੰਘ ਜੀ ਦੇਖੋ ਹੁਣ ਇਹ ਕਹਿੰਦੇ ਆ ਕੋਹਿਨੂਰ ਦਾ ਹੀਰਾ ਤੇ ਜਿਹੜੇ ਸੋਮਨਾਥ ਦੇ ਦਰਵਾਜ਼ੇ ਸੀ ਇਹ ਵੀ ਅਫਗਾਨਾਂ ਕੋਲੋਂ ਸ਼ੇਰੇ ਪੰਜਾਬ ਰਣਜੀਤ ਸਿੰਘ ਉਹਨਾਂ ਨੇ ਖੋਏ ਸੀ ਜੀ। ਕੋਹਿਨੂਰ ਵੀ ਸਿੱਖ ਰਾਜ ਦੀ ਮਲਕੀਅਤ ਆ, ਭਾਰਤ ਦੀ ਮਲਕੀਅਤ ਜਾਇਦਾਦ ਨਹੀਂ ਹੈ ਜੀ। ਸੋਮਨਾਥ ਦੇ ਦਰਵਾਜ਼ੇ ਲਿਆ ਕੇ ਲਾਤੇ ਸੀ ਦਰਸ਼ਨੀ ਡਿਊਟੀ ਨੂੰ, ਇਹਨਾਂ ਨੇ ਹੁਣ ਉੱਥੋਂ ਬੜੀ ਚਲਾਕੀ ਦੇ ਨਾਲ ਮੁਰੰਮਤ ਦੇ ਬਹਾਨੇ ਲਵਾ ਲਏ, ਹੋਰ 2-4 ਸਾਲ ਕਹਿਣਗੇ ਗੁਆਚ ਗਏ ਜੀ ਜੀ। ਇਹ ਸਾਡੇ ਕੋਲ ਜਿੰਨੇ ਵੀ ਸਿੱਖ ਰਾਜ ਦੀਆਂ ਨਿਸ਼ਾਨੀਆਂ ਉਹਨਾਂ ਨੂੰ ਇਹ ਅਦਲ ਬਦਲ ਕਰ ਰਿਹਾ। ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ 'ਚ ਬ੍ਰਾਹਮਣ ਤੇ ਡੋਗਰੇ ਇੱਕ ਮੰਦ ਭਾਵਨਾ ਦੇ ਨਾਲ ਅੰਮ੍ਰਿਤ ਛਕ ਕੇ ਇਹਨਾਂ 'ਚ ਘੁਸਪੈਠ ਕਰ ਗਏ ਜੀ। ਰਣਜੀਤ ਸਿੰਘ ਨੇ ਇਹਨਾਂ ਤੇ ਇਤਬਾਰ ਕਰਨਾ ਸ਼ੁਰੂ ਕਰ ਲਿਆ ਔਰ ਇਹਦੇ 'ਚ ਬਹੁਤ ਨੇੜੇ ਇਹਨਾਂ ਦੇ ਹੋ ਗਏ ਜਿਹੜੇ ਮੇਰ ਦੇ ਡੋਗਰੇ ਤੇ ਬ੍ਰਾਹਮਣ ਸੀ ਜੀ। ਇਹਨਾਂ ਨੂੰ ਸ਼ੇਰੇ ਪੰਜਾਬ ਰਣਜੀਤ ਸਿੰਘ ਨੂੰ ਅਕਾਲੀ ਫੂਲਾ ਸਿੰਘ ਨੇ, ਹਰੀ ਸਿੰਘ ਨਲੂਏ ਨੇ ਇਸ਼ਾਰਾ ਵੀ ਕੀਤਾ ਕਿ ਇਹਨਾਂ ਨੂੰ ਇੰਨੀਆਂ ਉੱਚੀਆਂ ਪਦਵੀਆਂ ਦੇਣੀਆਂ ਠੀਕ ਨਹੀਂ, ਪਰ ਉਹ ਸ਼ੇਰੇ ਪੰਜਾਬ ਰਣਜੀਤ ਸਿੰਘ ਤੇ ਇਹਨਾਂ ਨੇ ਇੰਨਾ ਗਲਬਾ ਪਾ ਲਿਆ ਵੀ ਉਹ ਰਾਜਨੀਤੀ ਦੇ ਅਧੀਨ ਆਪਣਾ ਤੁਰਿਆ ਰਿਹਾ, ਪਰ ਉਹ ਅੰਦਰ ਖਾਤੇ ਸਿੱਖ ਰਾਜ ਦੀਆਂ ਜਿਹੜਾ ਵੱਢਣ ਲੱਗਾ ਜੀ। ਆਖਰੀ ਬੇਨਤੀ ਕਰਨੀ ਹੈ ਕਿ ਇਹ ਆਉਂਦਾ ਮੇਰਠ ਦਾ ਬ੍ਰਾਹਮਣ ਦੁਕਾਨਦਾਰ ਦਾ ਪੁੱਤ ਸੀ ਜੋ ਅੰਮ੍ਰਿਤ ਛਕ ਕੇ ਖੁਸ਼ਹਾਲ ਰਾਮ ਤੋਂ ਖੁਸ਼ਹਾਲ ਸਿੰਘ ਬਣਿਆ। ਇਹ ਜਮਾਦਾਰ ਖੁਸ਼ਹਾਲ ਸਿੰਘ ਦੇ ਨਾਮ ਨਾਲ ਵਧੇਰੇ ਜਾਣਿਆ ਜਾਂਦਾ, ਜਿਸ ਨੂੰ ਤੇਜਾ ਰਾਮ ਮਿਸਰ ਤੋਂ ਤੇਜਾ ਸਿੰਘ ਬਣੇ ਗਦਾਰ ਦਾ ਚਾਚਾ ਹੋਣ ਕਰਕੇ ਨਫ਼ਰਤ ਦੀ ਨਾਂ ਨਾਲ ਦੇਖਿਆ ਜਾਂਦਾ। ਇਹ ਤੇਜਾ ਰਾਮ ਬਾਹਮਣ ਸੀ, ਅਮਰ ਛਕ ਨੇ ਤੇਜਾ ਸਿੰਘ ਨਾਂ ਰੱਖ ਲਿਆ। ਇਹਨੇ ਸਿੱਖ ਫੌਜਾਂ ਨੂੰ ਧੋਖੇ ਨਾਲ ਹਰਾਇਆ ਸੀ ਜੀ। ਬਿਲਕੁਲ। ਹੁਣ ਇਹ ਜਿਹੜਾ ਬ੍ਰਾਹਮਣ ਖੁਸ਼ਹਾਲ ਰਾਮ ਸੀਗਾ ਇਹ ਸ਼ੇਰੇ ਪੰਜਾਬ ਦਾ ਡਿਊਟੀਦਾਰ ਬਣ ਗਿਆ ਵੀ ਜੇ ਕਿਸੇ ਦੀ ਮੁਲਾਕਾਤ ਕਰਾਉਣੀ ਹੈ ਤੇ ਇਹ ਜਿਹੜਾ ਪੈਸੇ ਲੈ ਕੇ ਮੁਲਾਕਾਤ ਕਰਾਉਂਦਾ ਸੀ। ਖੁਸ਼ਹਾਲ ਰਾਮ ਤੇ ਬਣਿਆ ਹੋਇਆ ਜਿਹੜਾ ਖੁਸ਼ਹਾਲ ਸਿੰਘ ਸੀਗਾ ਜੀ। ਔਰ ਦੂਏ ਬੰਨੇ ਕੀ ਕਰਦਾ ਸੀਗਾ ਕਿ ਇਹਨੇ ਆਪਣੇ 7 ਸਾਲ ਦੀ ਡਿਊਟੀਦਾਰੀ ਦੀ ਨੌਕਰੀ 'ਚ ਕਰੀਬ 200 ਚਿੱਠੀਆਂ ਪੇਸ਼ਵਾ ਨੂੰ ਲਿਖਵਾਈਆਂ। ਇਹਨਾਂ ਸਾਰੀਆਂ ਚਿੱਠੀਆਂ ਉਹ ਸਰਦਾਰ ਰਣਜੀਤ ਸਿੰਘ ਦੀ ਬਹਾਦਰ ਦੀ ਡਿਊਟੀ ਤੋਂ ਕਰਦਾ ਹੈ। ਉਸ ਨੂੰ ਪੱਤਰਾਂ ਵਿੱਚ ਵੱਧ ਤੋਂ ਵੱਧ ਸਰਕਾਰ ਲਿਖਦਾ ਹੈ ਜਦੋਂ ਸਰਦਾਰ ਰਣਜੀਤ ਸਿੰਘ ਨੇ ਪੇਸ਼ਵਾ ਨੇਪਾਲ ਦਾ ਰਾਜਾ ਤੇ ਹੈਦਰਾਬਾਦ ਦੇ ਨਿਜ਼ਾਮ ਆਦਿ ਨੂੰ ਅੰਗਰੇਜ਼ਾਂ ਵਿਰੁੱਧ ਸਾਂਝਾ ਮੁਹਾਜ਼ ਬਣਾ ਕੇ ਅੰਗਰੇਜ਼ਾਂ ਨੂੰ ਸਮੁੰਦਰ ਵਿੱਚ ਧੱਕਣ ਲਈ ਗੁਪਤ ਪੱਤਰ ਲਿਖੇ। ਇਹ ਗੱਲ ਬੜੀ ਘੱਟ ਵਿਚਾਰੀ ਜਾਂਦੀ ਕਿਉਂਕਿ ਸ਼ੇਰੇ ਪੰਜਾਬ ਰਣਜੀਤ ਸਿੰਘ 'ਚ ਜੇ ਕੋਈ ਮਨੁੱਖੀ ਕਮਜ਼ੋਰੀਆਂ ਸੀ ਤਾਂ ਉਹਦੇ 'ਚ ਮਹਾਨ ਮੁਖੜਾਂ ਵਾਲੇ ਗੁਣ ਵੀ ਸੀ। ਉਹਨੇ ਸਾਰੀ ਉਮਰ ਸਿੱਖ ਧਰਮ ਨੂੰ ਪਿੱਠ ਨਹੀਂ ਦਿੱਤੀ, ਗੁਰੂ ਗ੍ਰੰਥ ਸਾਹਿਬ ਨੂੰ ਪਿੱਠ ਨਹੀਂ ਦਿੱਤੀ, ਅਕਾਲ ਤਖਤ ਨੂੰ ਪਿੱਠ ਨਹੀਂ ਦਿੱਤੀ, ਉਹਦੇ 'ਚ ਕੋਈ ਗੁਣ ਵੀ ਸੀਗਾ। ਉਹਨੇ ਸਾਰੇ ਕਿਉਂਕਿ ਹੁਣ
ਉਹ ਸਾਰੇ ਦੇਸ਼ ਤੇ ਤਾਂ ਗੋਰਿਆਂ ਦਾ ਰਾਜ ਹੈ ਜੀ। ਉਹਨੇ ਫਿਰ ਜਿਹੜੇ ਪੇਸ਼ਵਾ ਹੈਦਰਾਬਾਦ ਦਾ ਨਿਜ਼ਾਮ ਸਾਰਿਆਂ ਨੂੰ ਇੱਕ ਗੁਪਤ ਪੱਤਰ ਲਿਖਿਆ ਸੀ ਸ਼ੇਰੇ ਪੰਜਾਬ ਰਣਜੀਤ ਸਿੰਘ ਨੇ ਕਿ ਆਓ ਆਪਾਂ ਇਕੱਠੇ ਹੋ ਕੇ ਗੋਰਿਆਂ ਨੂੰ ਪੱਕੇ ਪੈਰੀ ਸਮੁੰਦਰ ਤੱਕ ਦੀਏ। ਉਹ ਜਿਹੜਾ ਗੁਪਤ ਪੱਤਰ ਸੀਗਾ ਜੀ, ਉਹ ਜਿਹੜਾ ਖਿਸ਼ਾਰ ਰਾਮ ਸੀਗਾ ਬ੍ਰਾਹਮਣ, ਉਹਦਾ ਡਿਊੜੀਦਾਰ ਸ਼ੇਰੇ ਪੰਜਾਬ ਰਣਜੀਤ ਸਿੰਘ ਦਾ, ਇਹਨੇ ਉਹ ਪੇਸ਼ਵਾ ਨੂੰ ਵੇਚ ਦਿੱਤਾ ਸੀ ਕਿਉਂਕਿ ਉਹਦੀ ਜਸੂਸੀ ਬਹੁਤ ਚਿਰ ਤੋਂ ਹੀ ਕਰਦਾ ਰਿਹਾ ਸੀ। ਉਹ ਫਿਰ ਖਤ ਜਿਹੜੇ ਸੀ ਉਹ ਅੰਗਰੇਜ਼ਾਂ ਦੇ ਹੱਥੀਂ ਚੜ੍ਹ ਗਏ ਜੀ। ਜਦੋਂ ਅੰਗਰੇਜ਼ਾਂ ਨੂੰ ਪਤਾ ਲੱਗਾ ਕਿ ਰਣਜੀਤ ਸਿੰਘ ਤਾਂ ਬਹੁਤ ਵੱਡੀ ਪਲਾਨ ਕਰ ਰਿਹਾ, ਇਹਨਾਂ ਨੇ ਫਿਰ ਕੀ ਕੀਤਾ ਕਿ ਇਹਨਾਂ ਨੇ ਇੱਕ ਆਉਂਦਾ ਉਹਦਾ ਨਾਂ ਮੈਕਡੋਨਲ, ਵੈਸੇ ਜਿਹੜੇ ਆਮ ਸਰਕਾਰੀ ਕਾਗਜ਼ਾਂ 'ਚ ਉਹਦਾ ਨਾਮ ਮੇਘਨਾਥ ਆਉਂਦਾ ਜੀ। ਉਹਨੇ ਧੋਖੇ ਨਾਲ ਸ਼ੇਰੇ ਪੰਜਾਬ ਰਣਜੀਤ ਸਿੰਘ ਨੂੰ ਇੱਕ ਜ਼ਹਿਰੀਲੀ ਸ਼ਰਾਬ ਪਿਲਾਈ। ਜ਼ਹਿਰੀਲੀ ਸ਼ਰਾਬ ਪੀਣ ਤੋਂ ਬਾਅਦ ਉਹ ਇੱਕਦਮ ਗੁੰਗਾ ਤੇ ਤਰੰਗ ਹੋ ਗਿਆ। ਰਣਜੀਤ ਸਿੰਘ ਦੇ ਮਨ ਵਿੱਚ ਜੋ ਕੁਝ ਵੀ ਸੀਗਾ ਉਹ ਗੁੰਗਾ ਹੋਣ ਕਰਕੇ ਕਹਿ ਨਾ ਸਕਿਆ। ਜ਼ਹਿਰ ਦੇਣ ਦੇ ਸੰਬੰਧੀ ਬਹੁਤ ਸਬੂਤ ਤਾਂ ਅੰਗਰੇਜ਼ੀ ਰਾਜ ਸਮੇਂ ਖੁਰਦ-ਬੁਰਦ ਕਰ ਦਿੱਤੇ ਗਏ, ਪਰੰਤੂ ਅਜੇ ਵੀ ਕੁਝ ਪੁਰਾਤਨ ਪੁਸਤਕਾਲਿਆਂ ਵਿੱਚ ਲੱਭ ਜਾਂਦੇ ਹਨ। ਪੰਜਾਬੀ ਦੀ ਇੱਕ ਹੱਥ ਲਿਖਤ ਮਿਲਦੀ ਹੈ ਜਿਸ ਵਿੱਚ ਜ਼ਿਕਰ ਹੈ, ਸਮਕਾਲੀ ਮੁਸਲਮਾਨ ਕਵੀ ਜਾਫਰ ਬੇਗ ਲਿਖਦਾ ਹੈ, ਦਾਰੂ ਤੇਜ਼ ਰੰਗ ਅੰਗਰੇਜ਼ ਫਰੰਗੀ ਵਾਲੀ ਪੀਂਦੇ ਸਾਰ ਮਹਾਰਾਜ ਬੇਤਾਬ ਹੋਇਆ, ਅੰਤ ਨਾਲ ਸਰਕਾਰ ਦੇ ਦਗਾ ਕੀਤਾ, ਜਾਲ ਜ਼ਹਿਰ ਦਾ ਕਿਸਮ ਸ਼ਰਾਬ ਹੋਇਆ। ਇਹ ਹਵਾਲਾ ਸਕਾਲਰ ਸਰਦਾਰ ਗੁਰਤੇਜ ਸਿੰਘ ਨਾਦ ਉਹਨਾਂ ਨੇ ਆਪਣੀ ਪੁਸਤਕ ਦਿੱਤਾ ਜੀ। ਹੁਣ ਜਗਜੀਤ ਸਿੰਘ ਜੀ, ਇਹ ਜਿਹੜੀ ਹਿੰਦੂ ਸਿੱਖ ਮਾਨਸਿਕਤਾ ਦੀ ਆਪਾਂ ਗੱਲ ਕਰੀਏ ਕਿ ਫਰਕ ਦੇਖੋ, ਸਿੱਖ ਰਾਜ ਆਇਆ, ਸ਼ੇਰੇ ਪੰਜਾਬ ਰਣਜੀਤ ਸਿੰਘ ਨੇ ਸਰਕਾਰੇ ਖਾਲਸੇ ਦੇ ਅਧੀਨ ਸਾਰਿਆਂ ਨੂੰ ਬਰਾਬਰ ਦਾ ਰਾਜ ਭਾਗ ਤੇ ਸਿਪਾਰ ਬਣਾਇਆ ਜੀ। ਹਿੰਦੂਆਂ ਨੂੰ ਵੀ ਬਣਾਇਆ, ਬਿਲਕੁਲ, ਮੁਸਲਮਾਨਾਂ ਨੂੰ ਵੀ ਬਣਾਇਆ। ਫਰਕ ਸਿਰਫ ਇੰਨਾ ਕਿ ਹਿੰਦੂਆਂ ਦੇ ਦਿਲ 'ਚ ਬੇਈਮਾਨੀ ਸੀ। ਇਹਨਾਂ ਨੇ ਜਦੋਂ ਇਹ ਸਿੱਖ ਰਾਜ ਗਿਆ ਨਾ, ਇਹਦੇ ਨਾਲ ਮੁੜ ਕੇ ਫੇਰ ਜਾ ਕੇ ਮੂੰਹ ਸਿਰ ਬਣਾ ਕੇ ਤੇ ਜਨੇਊ ਪਾ ਲਏ ਸੀ। ਖੈਰ ਲੰਮੀ ਗੱਲ ਹੈ। ਉੱਥੇ ਹੁਣ ਇਹ ਆ ਵੀ ਹਿੰਦੂ ਕੌਮ ਦਾ, ਮੁਸਲਮਾਨ ਕੌਮ ਦਾ ਤੇ ਸਿੱਖ ਕੌਮ ਦਾ ਇੱਕ ਤੁਸੀਂ ਮਾਨਸਿਕਤਾ ਦਾ ਫਰਕ ਦੇਖੋ। ਸਿੱਖ ਮਾਨਸਿਕਤਾ ਵਾਲੇ ਆ, ਭਾਵੇਂ ਆਪਾਂ ਸਾਰਾ ਇਤਿਹਾਸ ਤਰ੍ਹਾਂ ਆਏ ਆ ਕਿ ਹਿੰਦੂਆਂ ਨੇ ਪੁਰ ਜ਼ੋਰ ਦੁਸ਼ਮਣੀ ਕੀਤੀ ਜੀ, ਪਰ ਸਿੱਖਾਂ ਦਾ ਜਦੋਂ ਰਾਜ ਹੋਇਆ ਇਹਨਾਂ ਨੇ ਕਿਹਾ ਆ ਜਾਓ ਆਪਾਂ ਸਾਂਝੇ ਰਾਜ ਕਰਦੇ ਹਾਂ। ਬਿਲਕੁਲ, ਉਹਨਾਂ ਨੂੰ ਵੀ ਭਾਈਵਾਲੀ ਦਿੱਤੀ ਜੀ। ਫਰਕ ਸਿਰਫ ਇੰਨਾ ਕਿ ਮੁਸਲਮਾਨ ਫਕੀਰ ਅਜੂਦੀਨ ਜਾਂ ਜਿੰਨੇ ਵੀ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਵਜ਼ੀਰ ਸੀ ਜੀ, ਉਹਨਾਂ ਨੇ ਸਿੱਖ ਰਾਜ ਦੇ ਨਾਲ ਪੂਰਨ ਤੌਰ ਤੇ ਵਫਾਈ ਨਿਭਾਈ, ਔਰ ਇਹ ਹਿੰਦੂ ਬ੍ਰਾਹਮਣਾਂ ਨੇ ਸਿੱਖ ਰਾਜ ਪੂਰਨ ਤੌਰ ਤੇ ਧੋਖੇ ਨਾਲ ਜਿਹੜਾ ਭਾਈ ਉਹ ਜਿਹੜਾ ਸਿੱਖ ਰਾਜ ਖਤਮ ਕੀਤਾ। ਇਸ ਕਰਕੇ ਇਹ ਸਾਰਾ ਇਹਨਾਂ ਦਾ ਇਤਿਹਾਸਿਕ ਰੋਲ ਆ ਜੀ। ਸਾਨੂੰ ਮਜਬੂਰਨ ਇਹ ਲਫ਼ਜ਼ ਹਿੰਦੂ ਤੌਗੀ ਜਾਂ ਹਿੰਦੂ ਵਰਤਣਾ ਪੈਂਦਾ ਕਿਉਂਕਿ ਇਤਿਹਾਸ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਗੁਰ ਇਤਿਹਾਸ 'ਚ ਜੇ ਪ੍ਰਿਥੀ ਚੰਦ ਨੇ ਗਲਤ ਕੀਤਾ ਤੇ ਉਹਨੂੰ ਵੀ ਨਹੀਂ ਬਖਸ਼ਿਆ ਗਿਆ। ਬਿਲਕੁਲ, ਜੇ ਰਾਮ ਰਹੀਏ ਨੇ ਗੱਲ ਕੀਤੀ ਤੇ ਉਹਨੂੰ ਵੀ ਨਹੀਂ ਬਖਸ਼ਿਆ ਗਿਆ। ਜੀ। ਧੀਰ ਮੱਲੀਏ ਨੇ ਸਿਧਾਂਤ ਦੇ ਉਲਟ ਗੱਲ ਕੀਤੀ, ਉਹਨੂੰ ਵੀ ਨਹੀਂ ਬਖਸ਼ਿਆ ਗਿਆ। ਇਤਿਹਾਸ ਕਿਸੇ ਨੂੰ ਨਹੀਂ ਬਖਸ਼ਦਾ। ਇਸ ਕਰਕੇ ਸਾਡਾ ਪਰਸਨਲ ਜਾਤੀ ਕਿਸੇ ਦੇ ਨਾਲ ਕੋਈ ਲੈਣ ਦੇਣ ਨਹੀਂ। ਪਰ ਜਦੋਂ ਹੁਣ ਸਾਡੇ ਸਿੱਖ ਇਤਿਹਾਸ ਬੰਦਾ ਸਿੰਘ ਬਹਾਦਰ ਵਰਗੇ ਜਰਨੈਲ ਨੂੰ ਇਹ ਹਿੰਦੂ ਸਿੱਧ ਕਰਨ ਲਈ ਤਾਂ ਸਾਰਾ ਹੀ ਸਾਡਾ ਇਤਿਹਾਸ ਵਿਗਾੜ ਰਹੇ ਆ ਤੇ ਉਹਦਾ ਜਵਾਬ ਦੇਣਾ ਜ਼ਰੂਰੀ ਹੋ ਜਾਂਦਾ। ਬਿਲਕੁਲ ਜੀ। ਤੇ ਤਕਰੀਬਨ ਆਪਾਂ ਕੀ ਕਿ ਪ੍ਰੋਗਰਾਮ ਦੇ ਵਿੱਚ ਕਾਫੀ ਸਾਰੀਆਂ ਗੱਲਾਂ ਕਲੀਅਰ ਹੋ ਗਈਆਂ ਹੋਣਗੀਆਂ ਕਿ ਕਿਹੜਾ ਬੰਦਾ ਕਿਹੜੇ ਪਾਸੇ ਸੀ ਤੇ ਉਸ ਟਾਈਮ ਤੇ ਕਿਸ ਦਾ ਕੀ ਰੋਲ ਸੀ। ਫਿਰ ਵੀ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਪੂਰੀ ਕਿਤਾਬ ਨੂੰ ਮੰਗਾਈਏ ਤੇ ਤੁਹਾਡੇ ਸਾਹਮਣੇ ਹੋਰ ਵੀ ਰੱਖੀਏ ਤੇ ਦੱਸੀਏ ਕਿ ਕੀ ਇਸ ਦੇ ਵਿੱਚ ਜਿਹੜੇ ਅੰਸ਼ ਨੇ ਉਹ ਗਲਤ ਲਿਖੇ ਗਏ ਨੇ। ਤੇ ਅਖੀਰ ਤੇ ਆਪਾਂ ਜਿਹੜਾ ਹੈਗਾ 1952 ਦੇ ਵਿੱਚ ਸੰਸਾਰ ਦੇ ਜਿਹੜੇ ਪ੍ਰਸਿੱਧ ਇਤਿਹਾਸਕਾਰ ਆਰਨੋਲਡ ਟਾਨਬਾਈ ਆਪਣੀ ਹਿਸਟਰੀ ਆਫ ਦਾ ਵਰਲਡ ਵਿੱਚ ਨਿਰਣਾ ਕੀਤਾ ਕਿ ਲੈਲਨ ਦੀ ਕਮਿਊਨਿਸਟ ਪਾਰਟੀ ਦਾ ਪੂਰਵਜ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਹੈ। ਟਾਈਨਬੀ ਨੇ ਖਾਲਸੇ ਬਾਰੇ ਇਹ ਪੇਸ਼ਨਗੋਈ ਵੀ ਕੀਤੀ ਕਿ ਸੰਸਾਰ ਦੇ ਸਰਬਨਾਸ਼ ਹੋਣ ਤੋਂ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਬਚ ਜਾਵੇਗਾ। ਖਾਲਸਾ ਅਕਾਲ ਪੁਰਖ ਦੀ ਫੌਜ ਹੋਣ ਦੇ ਨਾਤੇ ਇਸ ਫੌਜ ਦੀ ਰੱਖਿਆ ਆਪ ਅਕਾਲ ਪੁਰਖ ਨੇ ਹੀ ਕਰਨੀ ਹੈ। ਤੇ ਜੇ ਸੰਸਾਰ ਦੇ ਆਪਾਂ ਕਿ ਜੋ ਹਿਸਟਰੀ ਆਫ ਦਾ ਵਰਲਡ ਜੇ ਇਹੋ ਜਿਹੇ ਇਤਿਹਾਸਕਾਰ ਇਸ ਤਰ੍ਹਾਂ ਦੀਆਂ ਗੱਲਾਂ ਲਿਖਦੇ ਨੇ ਤੇ ਦੂਸਰੇ ਪਾਸੇ ਜਿਨ੍ਹਾਂ ਨੂੰ ਕੋਈ ਇਤਿਹਾਸ ਦੀ ਨੌਲੇਜ ਵੀ ਨਹੀਂ ਹੈਗੀ, ਨਵੀਨ ਜੈਨ ਵਰਗੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਲਿਖਦੇ ਨੇ, ਵੀਰ ਬੰਦਾ ਬੈਰਾਗੀ ਲਿਖਦੇ ਨੇ, ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਨੂੰ ਮੋੜਨ ਦੀ ਕੋਸ਼ਿਸ਼ ਕਰਦੇ ਨੇ
ਤੇ ਜਦੋਂ ਇਹਨਾਂ ਦਾ ਆਪਾਂ ਕਹੀਏ ਕਿ ਜਦੋਂ ਇਹਨਾਂ ਦੀ ਸਰਕਾਰ ਆਉਂਦੀ ਹੈ ਤੇ ਹੁਣੇ ਜੇ ਆਪਾਂ ਕਹੀਏ ਕਿ ਲੋਹਗੜ੍ਹ ਦੇ ਵਿੱਚ ਵੀਰ ਬੰਦਾ ਬੈਰਾਗੀ ਜਾਂ ਉੱਥੇ ਜਿਹੜਾ ਰੋਡ ਹੈ ਉਸ ਦਾ ਨਾਮ ਵੀ ਵੀਰ ਬੰਦਾ ਬੈਰਾਗੀ ਰੋਡ ਰੱਖਣ ਦੀ ਜਿਹੜੀ ਗੱਲਬਾਤ ਹੈ ਉਹ ਚਾਲੂ ਹੋ ਗਈ ਹੋਈ ਹੈ ਤੇ ਤਕਰੀਬਨ ਇਹਨਾਂ ਦਾ ਇਹੀ ਹੈ ਕਿ ਸਿੱਖਾਂ ਦਾ ਜਿਹੜਾ ਇਤਿਹਾਸ ਹੈ ਇਸ ਨੂੰ ਖਤਮ ਕੀਤਾ ਜਾਵੇ, ਨਵੇਂ ਤਰੀਕੇ ਤੋਂ ਲਿਖਵਾਇਆ ਜਾਵੇ ਤੇ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਅਗਲੀਆਂ ਪੀੜ੍ਹੀਆਂ ਹੋਣਗੀਆਂ ਉਹਨਾਂ ਨੂੰ ਪੁਰਾਣਾ ਜਿਹੜਾ ਇਤਿਹਾਸ ਹੈ ਉਹ ਨਹੀਂ ਮਿਲਣਾ ਜਾਂ ਤੇ ਉਹਨਾਂ ਦੇ ਵਿੱਚ ਮਿਲਾਵਟ ਕਰ ਦਿੱਤੀ ਜਾਵੇਗੀ। ਉਸ ਦਾ ਰੀਜ਼ਨ ਇਹ ਹੈ ਕਿ ਅਸੀਂ ਆਪਣੇ ਆਪ ਦੇ ਵਿੱਚ ਇੰਨੇ ਜ਼ਿਆਦਾ ਜਾਗਰੂਕ ਨਹੀਂ ਹੋਏ ਹੈਗੇ। ਜਿੱਥੇ ਸਾਨੂੰ ਚਾਹੀਦਾ ਕਿ ਅਸੀਂ ਆਪਣਾ ਪੈਸੇ ਦਾ ਦਸਵੰਧ ਕਰਦੇ ਹਾਂ, ਗੁਰੂ ਮਹਾਰਾਜ ਦਾ ਹੁਕਮ ਹੈ ਕਿ ਸਾਨੂੰ ਦਸਵੰਧ ਕੱਢਣਾ ਚਾਹੀਦਾ, ਉੱਥੇ ਕਿਤੇ ਨਾ ਕਿਤੇ ਸਾਨੂੰ ਆਪਣੇ ਸਮੇਂ ਦਾ ਦਸਵੰਧ ਵੀ ਇਸ ਬੰਨੇ ਕੱਢਣਾ ਚਾਹੀਦਾ ਤਾਂ ਕਿ ਅਸੀਂ ਆਪਣੇ ਆਪ ਨੂੰ ਇੰਨਾ ਜਾਗਰੂਕ ਕਰ ਲਈਏ, ਆਪਣੇ ਆਪ ਨੂੰ ਅਸੀਂ ਇੰਨਾ ਐਕਟਿਵ ਕਰ ਲਈਏ ਕਿ ਜੇ ਸਾਨੂੰ ਕੋਈ ਗਲਤ ਕੋਈ ਫੀਡਿੰਗ ਕਰ ਵੀ ਰਿਹਾ ਹੈ ਤੇ ਉਸ ਦਾ ਸਾਡੇ ਉੱਤੇ ਕੋਈ ਅਸਰ ਨਾ ਹੋਵੇ, ਕਿਉਂਕਿ ਅਸੀਂ ਅਸਲੀ ਤੱਥ ਜਿਹੜਾ ਹੈ ਉਹ ਜਾਣਦੇ ਹੋਈਏ। ਆਖਰੀ ਬੇਨਤੀ ਜੀ ਕ੍ਰਿਸ਼ਨ ਜੀ ਕਰਕੇ ਆਪਾਂ ਫਤਿਹ ਬੁਲਾਈਏ ਜੀ। ਦੇਖੋ ਜਿਹੜੀ ਆਪ ਜੀ ਨੇ ਗੱਲ ਕੀਤੀ ਇਹਦਾ ਨੋਟਿਸ ਜਿਹੜੀਆਂ ਸਾਡੀਆਂ ਸਰਵਉੱਚ ਸੰਸਥਾਵਾਂ ਉਹਨਾਂ ਨੂੰ ਲੈਣਾ ਚਾਹੀਦਾ ਜੀ। ਦੇਖੋ ਭਗਤ ਸਾਹਿਬਾਨ ਜਿਨ੍ਹਾਂ ਦੀ ਬਾਣੀ ਉਹਨਾਂ ਦੇ ਜਨਮ ਦਿਨ ਜ਼ਰੂਰ ਮਨਾਉਣੇ ਚਾਹੀਦੇ, ਬਿਲਕੁਲ ਉਹਨਾਂ ਦਾ ਸਤਿਕਾਰ ਜ਼ਰੂਰ ਕਰਨਾ ਚਾਹੀਦਾ ਜੀ, ਪਰ ਉਹਦੇ ਨਾਲ ਰਣਜੀਤ ਸਿੰਘ ਦੀ ਬਰਸੀ ਵੀ ਜੂਨ 'ਚ ਆਉਂਦੀ ਹੈ, ਬਿਲਕੁਲ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਵੀ ਜੂਨ 'ਚ ਹੁੰਦੀ ਹੈ। ਇਹ ਸਾਰੀਆਂ ਜਿਨ੍ਹਾਂ ਦਾ ਸਿੱਖ ਰਾਜ ਨਾਲ ਸੰਬੰਧਿਤ ਹੈ, ਜਿਨ੍ਹਾਂ ਨਾਲ ਹਲੀਮੀ ਰਾਜ ਦਾ ਸਾਡੇ ਇਤਿਹਾਸ ਦਾ ਸੰਬੰਧਿਤ ਹੈ, ਇਹ ਦਿਨ ਵੀ ਉੱਚੀ ਪੱਧਰ ਤੇ ਮਨਾਉਣੇ ਚਾਹੀਦੇ ਆ ਜੀ। ਉਹਨਾਂ ਭਗਤਾਂ ਦੇ ਵੀ ਮਨਾਉ ਬਹੁਤ ਚੰਗੀ ਗੱਲ ਹੈ, ਪਰ ਇਹਨਾਂ ਨੂੰ ਬਿਲਕੁਲ ਇਗਨੋਰ ਹੀ ਕਰ ਦੇਣਾ, ਇੱਥੋਂ ਵੀ ਸੈਟਬੈਕ ਬਹੁਤ ਵੱਡੀ ਹੋ ਰਹੀ ਹੈ। ਬਿਲਕੁਲ ਜੀ। ਤੇ ਅਖੀਰ ਤੇ ਅਸੀਂ ਧੰਨਵਾਦ ਕਰਦੇ ਹਾਂ ਜਥੇਦਾਰ ਮਹਿੰਦਰ ਸਿੰਘ ਖਹਿਰਾ ਹੋਣਾ ਦਾ, ਧੰਨਵਾਦ ਕਰਦੇ ਹਾਂ ਸਾਡੇ ਦਰਸ਼ਕਾਂ ਦਾ, ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਕਿਹੋ ਜਿਹਾ ਲੱਗਿਆ ਤੁਸੀਂ ਸਾਨੂੰ ਕਾਲ ਕਰਕੇ ਜ਼ਰੂਰ ਦੱਸਿਓ। ਸਟੂਡੀਓ ਦਾ ਨੰਬਰ ਹੈ 0121555101 ਤੇ ਅਖੀਰ ਤੇ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।